ਸੋ ਨਚਾਰਪੁਣਾ, ਵੱਧ ਤੋਂ ਵੱਧ ਸਿੰਗਰਪੁਣਾ, ਜਿੰਨਾ ਵੀ ਕਲਚਰ ਹੈ, ਜਦੋਂ ਖਾੜਕੂਵਾਦ ਦੀ ਲਹਿਰ, ਜਿਹਨੂੰ ਇਹ ਕਾਲਾ ਦੌਰ ਕਹਿੰਦੇ ਆ, ਜਿਹੜਾ ਕਿ ਇੱਕ ਸੁਨਹਿਰੀ ਦੌਰ ਸੀ, ਜਿਸ ਦੌਰ ਦੇ ਵਿੱਚ ਕਿਸੇ ਦਾ ਕੋਈ ਰੇਪ ਨਹੀਂ, ਕਿਸੇ ਦੇ ਨਾਲ ਕੋਈ ਧੱਕਾ ਨਹੀਂ, ਕਿਤੇ ਕੋਈ ਸ਼ਰਾਬ ਪੀ ਕੇ ਲਲਕਾਰੇ ਨਹੀਂ ਮਾਰਦਾ, ਇੰਨੇ ਠੇਕੇ ਨਹੀਂ, ਦੂਸਰਾ ਨਹੀਂ, ਤੀਸਰਾ ਨਹੀਂ, ਚਾਹੇ ਸਾਰਾ ਕੁਝ ਚੱਲ ਰਿਹਾ ਇਸੇ ਤਰ੍ਹਾਂ ਇਹ ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹੂਗਾ। ਕੈਨੇਡਾ ਅਮਰੀਕਾ 'ਚ ਵੀ ਹੈ, ਪਰ ਦੂਸਰੇ ਕਿਸੇ ਨੂੰ ਤੰਗ ਕਰਨਾ, ਉਸ ਨੂੰ ਇਹ ਕਿਹਾ ਗਿਆ ਕਿ ਕਾਲਾ ਦੌਰ ਆ। ਉਹ ਦੌਰ ਖਤਮ ਕਰਨ ਤੋਂ ਬਾਅਦ, ਜਾਂ ਉਸ ਦੌਰ ਨੂੰ ਖਤਮ ਕਰਦਿਆਂ ਕਰਦਿਆਂ, ਉਸ ਦੇ ਵਿੱਚ KP ਗਿੱਲ ਔਰ ਹਿੰਦੁਸਤਾਨ ਦੀ ਜੁੰਡਲੀ ਕਿਸ ਢੰਗ ਦੇ ਨਾਲ ਉਹ ਗੰਦਾ ਹਿੰਦੁਸਤਾਨੀ ਕਲਚਰ ਪੰਜਾਬ ਦੇ ਵਿੱਚ ਲੈ ਕੇ ਆਉਂਦੇ ਨੇ, ਉਹ ਸਾਰਾ ਲਿਆਉਣ ਦੇ ਲਈ ਸਭ ਨੂੰ ਪਤਾ ਹੈ ਕਿ ਕਿਵੇਂ ਜਿਹੜੇ ਸਿੰਗਰ ਆ ਬਹੁਤੇ, ਚਾਹੇ ਜੱਸੀ ਹੋਵੇ, ਚਾਹੇ ਹੋਰ ਕਈ ਸਿੰਗਰ ਆ, ਘੁੱਗੀ ਹੋ ਗਿਆ, ਜਾਂ ਇਹ ਜਿੰਨਾ ਨਚਾਰ ਮਹਿਕਮਾ, ਕੋਈ ਇੰਸਪੈਕਟਰ ਲਾਇਆ ਹੋਇਆ ਸੀ, ਕੋਈ ਪੁਲਿਸ ਦੀ ਡਿਊਟੀ, ਕੋਈ ਕੁਛ ਕਰਦਾ ਸੀ, ਕੁਛ ਕਹਿਣ ਦਾ ਭਾਵ ਕਿ ਇਹ ਨੱਚਣਾ ਨਚਾਉਣਾ, ਸ਼ਰਾਬ, ਦੂਸਰਾ ਤੀਸਰਾ ਨਸ਼ੇ ਜਿਹੜੇ ਉਹ ਪੰਜਾਬ ਦੇ ਵਿੱਚ ਵੈਲ ਪਲਾਨ ਹਿੰਦੁਸਤਾਨ ਦੀਆਂ ਏਜੰਸੀਆਂ ਲੈ ਕੇ ਆਉਂਦੀਆਂ, ਕਿਉਂਕਿ ਕਿਸੇ ਵੀ ਕੌਮ ਨੂੰ ਖਤਮ ਕਰਨ ਦੇ ਲਈ ਜਾਂ ਕੌਮ ਨੂੰ ਆਜ਼ਾਦੀ ਵਾਲੇ ਪਾਸੇ ਨੂੰ ਤੋਰਨ ਤੋਂ ਰੋਕਣ ਦੇ ਲਈ ਸਭ ਤੋਂ ਵੱਡਾ ਇਹ ਹਥਿਆਰ ਹੈ ਕਿ ਉਹਨਾਂ ਨੂੰ ਕਰੈਕਟਰਲੈਸ ਬਣਾ ਦਿਓ, ਉੱਥੇ ਬਦਮਾਸ਼ੀਆਂ ਸਟਾਰਟ ਕਰ ਦਿਓ, ਉਹਨਾਂ ਨੂੰ ਨੱਚਣ ਲਾ ਦਿਓ, ਨਚਾਰ। ਹੁਣ ਕਈ ਵਾਰੀ ਮੈਂ ਵੀਡੀਓ ਦੇਖਦਾ, ਯਾਰ ਮੈਂ ਤਾਂ ਇੱਦਾਂ ਦਾ, ਮੈਨੂੰ ਤਾਂ ਚਲੋ ਸਿੱਖ ਕਵੇ ਕੋਈ ਨਾ ਕਵੇ, ਪਰ ਨੱਚਣ ਤੋਂ ਬੜਾ ਸ਼ਰਮ ਜੀ ਆਉਂਦੀ, ਸੰਗ ਜੀ ਆਉਂਦੀ। ਹਾਲਾਂਕਿ ਚਿੱਟਾ ਤਾਂ ਕੀ, ਸਾਡੇ ਤਾਂ ਕਾਲਾ ਵੀ ਵਾਲ ਹੈ ਨਹੀਂ, ਚਿੱਟੀਆਂ ਚਿੱਟੀਆਂ ਦਾੜੀਆਂ ਵਾਲੇ ਚਿੱਟੇ ਚਿੱਟੇ ਬਾਬੇ ਜਦੋਂ ਨੱਚਦੇ ਆ ਤੇ ਬੜਾ ਕੁਛ ਦਿਮਾਗ 'ਚ ਚੱਲਦਾ ਹੈ ਨਾ। ਫਿਰ ਆ ਕੇ ਐਂਡ ਤੇ ਘੁੱਗੀ ਜੀ ਨੱਪ ਦਿੰਦੇ ਆ ਵੀ ਯਾਰ ਗੁਲਾਮ ਆ ਕੌਮ, ਇੱਦਾਂ ਹੀ ਆ, ਚੁੱਪ ਕਰ ਤੂੰ, ਆਪਣਾ ਉੱਧਰ ਨੂੰ ਦੇਖ ਲਾ ਦੂਜੇ ਪਾਸੇ। ਸੋ ਇਹ ਸਾਰਾ ਜਿਹੜੀ ਪਲਾਨ ਹੁੰਦੀ ਆ ਉਸ ਕੌਮ ਨੂੰ ਖਤਮ ਕਰਨ ਲਈ, ਤੇ ਸਭ ਤੋਂ ਵੱਡਾ ਨਸ਼ਾ ਤੁਸੀਂ ਉਸ ਤਰ੍ਹਾਂ ਨਾ ਸੋਚਿਆ ਕਰੋ ਕਿ ਅਸੀਂ ਠੇਕੇ ਬੰਦ ਕਰ ਦਿਆਂਗੇ ਜੇ ਖਾਲਿਸਤਾਨ ਆ ਗਿਆ, ਅਸੀਂ ਫਲਾਣਾ ਨਹੀਂ। ਕੈਨੇਡਾ 'ਚ ਠੇਕੇ ਬੰਦ ਆ, ਖਾਲਿਸਤਾਨ ਅਸੀਂ ਕਿਹਨੂੰ ਕਹਿੰਦੇ ਆ? ਡੈਮੋਕ੍ਰੈਟਿਕ ਸਿਸਟਮ, ਡੈਮੋਕ੍ਰੇਸੀ, ਹਰ ਬੰਦੇ ਦਾ ਰਾਈਟ, ਹਰ ਬੰਦੇ ਦਾ ਹੱਕ, ਜੋ ਬੰਦਾ ਖਾਣਾ ਚਾਹੁੰਦਾ, ਪੀਣਾ ਚਾਹੁੰਦਾ, ਉਹਨੂੰ ਮਿਲੇ। ਇਹ ਕੀ ਆ ਪੂਰੀ ਦੁਨੀਆ ਵਿੱਚ? ਡਬਲ ਮੈਕ ਹਿੰਦੁਸਤਾਨ ਦੇ ਵਿੱਚ ਆਲੂ ਟਿੱਕੀ, ਇਟਸ ਨਾਟ ਡੈਮੋਕ੍ਰੇਸੀ। ਠੀਕ ਹੈ, ਤੁਸੀਂ ਨਹੀਂ ਖਾਣਾ ਚਾਹੁੰਦੇ, ਦੂਸਰਾ ਖਾਣਾ ਚਾਹੁੰਦਾ, ਤੁਸੀਂ ਇਹ ਚੀਜ਼ ਨਹੀਂ ਪੀਣੀ ਚਾਹੁੰਦੇ, ਤੀਸਰਾ ਪੀਣਾ ਚਾਹੁੰਦਾ। ਐਵਰੀਬਾਡੀ ਹੈਵ ਫੁੱਲ ਰਾਈਟ, ਫਰੀडम। ਪਰ ਗੱਲ ਉਹ ਨਹੀਂ ਹੈ, ਉਹਨਾਂ ਨਸ਼ਿਆਂ ਦੀ ਨਹੀਂ ਹੈ ਮਿੱਤਰੋ। ਨਸ਼ਿਆਂ ਦੇ ਧੰਦੇ ਵਿੱਚ ਸਾਡੀ ਕੌਮ ਨੂੰ ਪਾ ਦਿੱਤਾ ਗਿਆ, ਤੇ ਨਸ਼ਿਆਂ ਦੇ ਧੰਦੇ ਵਿੱਚ ਪਾਉਣ ਦੇ ਲਈ, ਉਹ ਨਸ਼ੇ ਵੇਚਣ ਦੇ ਲਈ, ਉੱਥੇ ਉਹ ਧੰਦਾ ਸਟਾਰਟ ਕਰਨ ਦੇ ਲਈ ਗਾਹਕਾਂ ਦੀ ਲੋੜ ਹੁੰਦੀ ਹੈ। ਸੋ ਸਾਡੀ ਕੌਮ ਨੂੰ ਨਸ਼ਿਆਂ ਦੇ ਉੱਪਰ ਸਪੈਸ਼ਲੀ ਲਾਇਆ ਗਿਆ, ਤੇ ਜਦੋਂ ਸਾਡੀ ਕੌਮ ਨੂੰ ਨਸ਼ਿਆਂ ਤੇ ਲਾਉਣਾ ਸੀ, ਤੇ ਨਸ਼ੇ ਵੰਡਣ ਵਾਲੇ, ਨਸ਼ੇ ਸਮਗਲਿੰਗ ਕਰਨ ਵਾਲੇ, ਨਸ਼ੇ ਪਹੁੰਚਾਉਣ ਵਾਲੇ ਫਿਰ ਸਾਡੇ ਲੋਕ ਹੀ ਚਾਹੀਦੇ ਸੀ, ਕਿਉਂਕਿ ਉਸੇ ਸ਼ਕਲਾਂ ਵਾਲੇ, ਉਸੇ ਭਾਸ਼ਾ ਵਾਲੇ ਲੋਕ ਏਜੰਸੀਆਂ ਨੂੰ ਚਾਹੀਦੇ ਹੁੰਦੇ। ਏਜੰਸੀ ਨੈਟਵਰਕ ਨੇ ਸਾਡੇ ਲੋਕਾਂ ਨੂੰ ਤਿਆਰ ਕੀਤਾ, ਔਰ ਪੂਰੀ ਦੁਨੀਆ ਨੂੰ ਪਤਾ ਹੈ। ਸੋ ਮੈਂ ਇੱਕ ਦੋ ਚਾਰ ਕਈਆਂ ਭਰਾਵਾਂ ਨਾਲ ਗੱਲਬਾਤ ਕੀਤੀ ਹੈ। ਇੱਕ ਅਮਰੀਕਨ ਜਰਨਲਿਸਟ ਹੈ, ਉਸਨੇ ਇਸ ਦੇ ਉੱਪਰ ਕਾਫੀ ਸਟੱਡੀ ਕੀਤੀ ਹੈ। ਮੈਂ ਅਮਰੀਕਨ ਇੰਗਲਿਸ਼ ਲਾਈਵ ਸ਼ੋਅ ਦੇ ਉੱਪਰ ਉਸ ਦੀਆਂ ਵੀਡੀਓ ਕਾਫੀ ਲਈਆਂ ਵੀ ਸੀ, ਇੱਧਰ ਉੱਧਰ ਹੋ ਗਈਆਂ। ਉਸਨੇ ਠੋਕ ਕੇ ਗੱਲ ਕਹੀ ਹੈ ਕਿ ਪੂਰੇ ਦੁਨੀਆ ਭਰ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਨਸ਼ਾ ਜਿਹੜਾ ਆ ਰਿਹਾ ਹੈ, ਇਹ ਗੱਲ ਅੱਜ ਦੀ ਨਹੀਂ ਹੈ, ਅੱਜ ਜਿਹੜੀ ਮੈਂ ਨਿਊਜ਼ ਤੇ ਆਉਣਾ, ਇਹ ਗੱਲ 2008 ਦੀ ਹੈ। ਉਹ ਕਹਿੰਦਾ ਜਿੰਨਾ ਨਸ਼ਾ ਆ ਰਿਹਾ ਇਟਸ ਆਲ ਜਿਹੜਾ ਕੰਮ ਹੈ, ਇਹ ਹਿੰਦੁਸਤਾਨ ਦੀ ਏਜੰਸੀ ਰਾਹ ਦਾ। ਕਹਿੰਦਾ ਮੈਨੂੰ ਯਾਦ ਆ, ਅੱਜ ਵੀ ਉਹ ਗੋਰੇ ਦੇ ਸ਼ੋਅ ਵੀ ਮੈਨੂੰ ਯਾਦ ਆ, ਮੈਂ ਟਰਾਈ ਕਰਦਾ ਫਾਈਂਡ ਆਊਟ ਕਰਨ ਦੀ, ਮੈਂ ਜ਼ਰੂਰ ਉਹ ਸ਼ੋਅ ਤੁਹਾਨੂੰ ਦਿਖਾਉਣਾ ਚਾਹੁੰਦਾ ਇਸ ਲਾਈਵ ਸ਼ੋਅ ਦੇ ਉੱਪਰ। ਆਉਣ ਸਾਰੀ ਉਹ ਕਹਿੰਦਾ ਕਿ everybody know about ISI but nobody know about RAW। ISI ਦਾ ਕਹਿੰਦਾ ਐਵਰੀ ਅਮਰੀਕਨ ਨੂੰ ਪਤਾ ਵੀ ISI ਪਾਕਿਸਤਾਨ ਦੀ ਏਜੰਸੀ ਹੈ, ਪਰ ਰਾਹ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ। ਕਹਿੰਦਾ ਇਹ ਜਿਹੜੀ ਡਿਊਟੀ ਹੈ ਇਹ ਰਾਹ ਨਿਭਾ ਰਹੀ ਹੈ,
ਇਹ ਹਿੰਦੁਸਤਾਨ ਦੀ ਏਜੰਸੀ ਨਿਭਾ ਰਹੀ। ਹਿੰਦੁਸਤਾਨ ਦੀਆਂ ਏਜੰਸੀਆਂ ਤੁਹਾਡੀ ਕੌਮ ਨੂੰ ਖਤਮ ਕਰਨ ਦੇ ਲਈ, ਜਦੋਂ ਅਮਰੀਕਾ ਅਫਗਾਨਿਸਤਾਨ 'ਚ ਜਾਂਦਾ, ਪੂਰੀ ਦੁਨੀਆ ਨੂੰ ਪਤਾ ਕਿ ਨਸ਼ਿਆਂ ਦਾ ਸਭ ਤੋਂ ਵੱਡਾ ਜਿਹੜਾ ਭੰਡਾਰ ਆ, ਜਿਹੜਾ ਘਰ ਆ, ਉਹ ਅਫਗਾਨਿਸਤਾਨ ਆ। ਪੂਰਾ ਨਸ਼ੇ ਉੱਥੋਂ ਸਮਗਲ ਹੁੰਦੇ ਆ। ਸੋ ਅਮਰੀਕਨ ਉਹ ਜਰਨਲਿਸਟ ਦੱਸਦਾ, ਇੱਕ ਇੰਗਲਿਸ਼ ਅਮਰੀਕਨ ਸ਼ੋਅ ਦੇ ਉੱਪਰ ਲਾਈਵ ਸ਼ੋਅ ਚੱਲ ਰਿਹਾ ਸੀ, ਉਹ ਕਹਿੰਦਾ ਜੀ ਹਿੰਦੁਸਤਾਨ ਦੀਆਂ ਏਜੰਸੀਆਂ ਦੇ ਅੱਡੇ ਆ ਅਫਗਾਨਿਸਤਾਨ ਦੇ ਵਿੱਚ, ਔਰ ਰਾਤ ਦੇ ਹੈਲੀਕਾਪਟਰ ਦੇ ਉੱਪਰ ਅਫਗਾਨਿਸਤਾਨ 'ਚੋਂ ਨਸ਼ਾ ਭਰ ਕੇ ਅੰਮ੍ਰਿਤਸਰ ਪੰਜਾਬ ਦੇ ਏਅਰਪੋਰਟ 'ਤੇ ਨਸ਼ਾ ਉਤਾਰਿਆ ਜਾਂਦਾ। ਅਤੇ ਉੱਥੋਂ ਜਿਹੜੇ ਪੰਜਾਬ ਨੂੰ, ਹੁਣ ਕੁਛ ਗੱਲਾਂ ਮੈਂ ਆਪਣੇ ਤੌਰ 'ਤੇ ਵੀ ਇਮੈਜਨ ਕਰਨਾ ਚਾਹੁੰਦਾ, ਜਿਸ ਤਰ੍ਹਾਂ ਮੈਂ ਕਿਹਾ ਕਿ ਜਦੋਂ ਜਿਨ੍ਹਾਂ ਲੋਕਾਂ ਨੂੰ ਨਸ਼ਿਆਂ 'ਚ ਲਾਉਣਾ ਹੁੰਦਾ ਹੈ, ਉਹਨਾਂ ਦੀ ਭਾਸ਼ਾ ਵਾਲੇ, ਉਹਨਾਂ ਦੀਆਂ ਸ਼ਕਲਾਂ ਵਾਲੇ ਨੁਮਾਇੰਦੇ ਉਹਨਾਂ ਨੂੰ ਚਾਹੀਦੇ ਹੁੰਦੇ ਆ। ਸੋ ਉੱਥੋਂ ਫਿਰ ਉਹ ਕਹਿੰਦੇ ਜੀ ਉਹਨਾਂ ਦੇ ਜਿਹੜੇ ਡਰੱਗ ਡੀਲਰ ਉੱਥੇ ਰੈਡੀ ਕੀਤੇ ਹੋਏ ਆ, ਉਹਨਾਂ ਨੂੰ ਨਸ਼ਾ ਦੇ ਦਿੱਤਾ ਜਾਂਦਾ। ਅੰਮ੍ਰਿਤਸਰ ਦੇ ਵਿੱਚ ਰਾਹ ਦੇ ਹੈਲੀਕਾਪਟਰਾਂ 'ਤੇ ਅਫਗਾਨਿਸਤਾਨ ਤੋਂ ਲਿਆਂਦਾ ਹੋਇਆ ਨਸ਼ਾ, ਜਿਹੜੇ ਡਰੱਗ ਡੀਲਰ, ਜਿਹੜੇ ਕਿ ਅਸੀਂ ਪੰਜਾਬੀ ਕਹਿ ਲਓ ਜਾਂ ਸ਼ਕਲਾਂ ਸਿੱਖ ਕਹਿ ਲਓ ਜਾਂ ਕੋਈ ਵੀ ਕਹਿ ਲਓ, ਜਿਹੜੇ ਕਿ who are the working with Indian agency Ra, the people who working against the Sikh ਕੌਮ, working against the ਪੰਜਾਬ ਦੇ ਲੋਕਾਂ ਨੂੰ ਖਤਮ ਕਰਨ ਦੇ ਲਈ ਜਿਹੜੇ ਲੋਕ ਡਰੱਗ ਡੀਲਰ, ਉਹਨਾਂ ਨੂੰ ਉਹ ਨਸ਼ਾ ਦੇ ਦਿੱਤਾ ਜਾਂਦਾ ਕਿ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਨਸ਼ਾ ਉਹੀ ਹੁੰਦਾ ਮਿੱਤਰੋ, ਸ਼ਰਾਬ ਜਿਹੜੀ ਹੈ, ਸ਼ਰਾਬ ਉਹ ਵੀ ਹੈ ਜਿਹੜੀ ਘਟੀਆ ਤੋਂ ਘਟੀਆ, ਗੰਦੀ ਤੋਂ ਗੰਦੀ, ਤੁਹਾਨੂੰ ਪਤਾ, ਤੇ ਸ਼ਰਾਬ ਉਹ ਵੀ ਹੈ ਜਿਹੜੀ $400-500 ਦੀ ਇੱਕ ਬੋਤਲ ਆਉਂਦੀ ਹੈ, ਉਹ ਵੀ ਸ਼ਰਾਬ ਆ ਤੇ ਇਹ ਵੀ ਸ਼ਰਾਬ ਆ। ਪਰ ਵੱਡੇ ਵੱਡੇ ਅਮੀਰ ਲੋਕ ਜਿਹੜੇ, ਉਹ ਕਹਿੰਦਾ ਜੀ ਬਲੂ ਲੈਵਲ ਲੈ ਕੇ ਆਓ, ਦੂਜਾ ਕਹਿੰਦਾ ਲੈ ਆਓ ਇੱਥੋਂ ਘੜੇ ਵਾਲੀ, ਉਹ ਵੀ ਸ਼ਰਾਬ ਆ, ਇਹ ਵੀ ਸ਼ਰਾਬ ਆ। ਨੁਕਸਾਨ ਕਿਹੜਾ ਕਰੂਗੀ? ਸੋ ਆਈ ਨੋ ਕਿ ਕੁਛ ਲੋਕ ਕਹਿਣਗੇ ਜੀ ਨੁਕਸਾਨ ਤਾਂ ਸਾਰੀ ਕਰੂਗੀ, ਤੇ ਫਿਰ ਇਹ ਤਾਂ ਭਾਈ ਡਰੱਗ ਜਿਹੜੀ ਇਹ ਦਵਾਈ ਅਲਕੋਹਲ ਹੈ, ਇਹ ਆਪਣੀਆਂ ਦਵਾਈਆਂ 'ਚ ਵੀ ਹੁੰਦੀ ਹੈ, ਫਿਰ ਦਵਾਈਆਂ ਵੀ ਨੁਕਸਾਨ ਕਰਦੀਆਂ। ਬਟ ਸਟੇ ਔਨ ਦਾ ਟੌਪਿਕ। ਸੋ ਕਹਿਣ ਦਾ ਭਾਵ ਇਹ ਹੈ ਕਿ ਉਸ ਨਸ਼ੇ ਨੂੰ ਕਿਸ ਢੰਗ ਦੇ ਨਾਲ ਉਹਨੂੰ ਵੱਧ ਮਾਤਰਾ ਵਿੱਚ ਬਣਾਉਣ ਦੇ ਲਈ, ਉਹ 'ਚੋਂ ਵੱਧ ਨਫਾ ਕੱਢਣ ਦੇ ਲਈ, ਉਹ 'ਚੋਂ ਵੱਧ ਪੈਸੇ ਬਣਾਉਣ ਦੇ ਲਈ, ਉਸ ਨਸ਼ੇ ਨੂੰ, ਉਸ ਡਰੱਗ ਨੂੰ ਇੰਨਾ ਗੰਦਾ ਕਰ ਦਿੱਤਾ ਜਾਂਦਾ, ਉਸ ਦੇ ਵਿੱਚ ਹੋਰ ਨਸ਼ੇ ਮਿਲਾ ਦਿੱਤੇ ਜਾਂਦੇ, ਜਿਹੜੇ ਕਿ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦੇ ਨੇ। ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਕੁਝ ਮਿਲਾਵਟ ਕੀਤੀ ਜਾਂਦੀ, ਘਿਓ ਦੇ ਵਿੱਚ ਕਰ ਦਿਓ, ਘਿਓ ਦੇ ਵਿੱਚ ਲੋਕੀ ਕੁੱਤੇ ਦੀ ਚਰਬੀ ਪਾ ਦਿੰਦੇ ਆ, ਗਾਂ ਦੀ ਚਰਬੀ ਪਾ ਦਿੰਦੇ ਆ, ਸੂਰ ਦੀ ਚਰਬੀ ਪਾ ਦਿੰਦੇ ਆ। ਸੋ ਇਟਸ ਡੇਂਜਰ। ਸੋ ਜਦੋਂ ਨਸ਼ੇ ਦੇ ਵਿੱਚ ਵੀ ਇਸ ਤਰ੍ਹਾਂ ਮਿਲਾਵਟ ਕਰ ਦਿੱਤੀ ਜਾਂਦੀ ਹੈ, ਕਿਉਂਕਿ ਉਹ ਪੈਸਾ ਕਮਾਉਣਾ ਉਹਨਾਂ ਦਾ ਕੰਮ ਹੈ। ਸੋ ਗੰਦੇ ਤੋਂ ਗੰਦਾ ਨਸ਼ਾ ਪੰਜਾਬ ਦੇ ਵਿੱਚ ਗਿਆ ਤੇ ਸਾਡੇ ਪੰਜਾਬ ਨੂੰ ਨਸ਼ਿਆਂ ਦੇ ਉੱਪਰ ਲਾ ਦਿੱਤਾ ਗਿਆ, ਤੇ ਬਾਹਰ ਬੈਠੇ ਸਿੱਖ ਰੌਲਾ ਪਾਉਂਦੇ ਰਹੇ, ਸਾਡਾ ਪੰਜਾਬ ਮਾਰਤਾ, ਸਾਡਾ ਪੰਜਾਬ ਨਸ਼ਿਆਂ 'ਚ ਡੋਬਤਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਫਿਰ ਕੇਜਰੀਵਾਲ ਦੇ ਭਗਤ ਕਹਿੰਦੇ ਬਾਦਲ ਕਿਆ ਨੇ ਕਰਤਾ ਕੰਮ, ਮਜੀਠੀਏ ਨੇ ਕਰਤਾ। ਸਭ ਤੋਂ ਵੱਧ ਕੇਜਰੀਵਾਲ ਨੇ ਰੌਲਾ ਪਾਇਆ ਕਿ ਮਜੀਠੀਆ ਨੇ ਨਸ਼ਾ ਪੰਜਾਬ ਦੇ ਵਿੱਚ ਵਾੜਿਆ, ਤੇ ਉਹੀ ਕੇਜਰੀਵਾਲ ਮਜੀਠੀਏ ਦੇ ਸਾਹਮਣੇ ਕੋਡਾ ਹੋ ਕੇ ਮਾਫੀ ਮੰਗ ਗਿਆ, ਕਿਉਂਕਿ ਗੱਲ ਮਜੀਠੀਏ ਦੀ ਨਹੀਂ ਸੀ ਮਿੱਤਰੋ, ਗੱਲ ਇਕੱਲੇ ਬਾਦਲਾਂ ਦੀ ਨਹੀਂ ਸੀ, ਗੱਲ ਇਹ ਉਸ ਟਾਈਮ ਦੀ ਸਟਾਰਟ ਚੱਲੀ ਹੋਈ ਸੀ ਜਦੋਂ ਤੋਂ ਖਾੜਕੂਵਾਦ ਨੂੰ ਖਤਮ ਕਰਨ ਦੇ ਲਈ ਹਿੰਦੁਸਤਾਨ ਦੀਆਂ ਏਜੰਸੀਆਂ ਵੱਲੋਂ KP ਗਿੱਲ ਵਰਗੇ ਕੁੱਤੇ ਵੱਖ-ਵੱਖ ਤਰ੍ਹਾਂ ਦੇ ਐਕਸਪੈਰੀਮੈਂਟਸ ਕਰ ਰਹੇ ਸੀ ਕਿ ਇਸ ਕੌਮ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇ, ਖਾੜਕੂਆਂ ਨੂੰ ਕਿਸ ਤਰ੍ਹਾਂ ਮਾਰਿਆ ਜਾਵੇ, ਅੱਗੇ ਤੋਂ ਕਿਤੇ ਨਵੇਂ ਖਾੜਕੂ ਨਾ ਜੰਮ ਪੈਣ, ਉਹਨਾਂ ਨੂੰ ਕਿਵੇਂ ਨੱਚਣ ਪਾਸੇ ਲਾ ਦਿਓ, ਉਹਨਾਂ ਨੂੰ ਕਰੈਕਟਰ ਉਹਨਾਂ ਦਾ ਜਿਹੜਾ ਕਰੈਕਟਰਲੈਸ ਕਰ ਦਿਓ, ਉਹਨਾਂ ਨੂੰ ਨਸ਼ਿਆਂ ਵਾਲੇ ਪਾਸੇ ਨੂੰ ਲਾ ਦਿਓ। ਤੇ ਰਾਹ ਨੇ ਆਪਣੇ ਬੰਦੇ ਟ੍ਰੇਨ ਕੀਤੇ, ਸਿੱਖ ਕਹਾਉਣ ਵਾਲੇ, ਪੱਗਾਂ ਬੰਨ੍ਹਣ ਵਾਲੇ ਪੰਜਾਬੀ ਬੰਦੇ, ਉਹਨਾਂ ਨੂੰ ਨਸ਼ਾ ਦਿੱਤਾ, ਉਹਨਾਂ ਨੂੰ ਕਿਹਾ ਪੈਸੇ ਬਣਾਓ, ਉਹਨਾਂ ਨੇ ਉਸ ਨਸ਼ੇ 'ਚੋਂ ਪੈਸੇ ਵੱਧ ਤੋਂ ਵੱਧ ਬਣਾਉਣ ਦੇ ਲਈ ਗੰਦਾ ਨਸ਼ਾ ਬਣਾ ਕੇ ਪੰਜਾਬ ਦੇ ਪਿੰਡ ਤੱਕ ਪਹੁੰਚਾ ਦਿੱਤਾ ਗਿਆ। ਸਾਨੂੰ ਕਦੋਂ ਪਤਾ ਲੱਗਾ? ਜਦੋਂ ਤੱਕ ਬਾਦਲਾਂ ਦਾ ਰਾਜ ਆਇਆ। ਅਸੀਂ ਆਪਣਾ ਦਿਮਾਗ ਤਾਂ ਯੂਜ਼ ਹੀ ਨਹੀਂ ਕਰਨਾ, ਕਿਉਂਕਿ ਬਹੁਤੇ ਤਾਂ ਵੈਸੇ ਬਾਦਲਾਂ ਦੀ ਐਂਟੀ ਐ, ਸੋ ਉਹਨਾਂ ਨੂੰ ਸੂਟ ਕਰਦਾ ਸੀ, ਉਹਨਾਂ ਨੇ ਛੁਣਛਣਾ ਫੜਿਆ, ਚੜ੍ਹ ਕੇ ਕੋਠਿਆਂ ਦੇ ਵਜਾਉਣ, ਬਾਦਲਾਂ ਨੇ ਨਸ਼ਾ ਪਹੁੰਚਾਤਾ, ਬਾਦਲਾਂ ਨੇ ਨਸ਼ਾ। ਬਾਦਲ ਬਹੁਤ ਕੁਝ ਗੰਦ ਪਾਇਆ ਹੋਊਗਾ, ਪਰ ਪਾਇਆ ਕਿਉਂ? ਅਗਰ ਸਟੇਟ ਚਾਹੇ ਤਾਂ ਬਾਦਲ ਕਰ ਸਕਦੇ ਆ, ਨਹੀਂ ਕਰ ਸਕਦੇ। ਬਾਦਲਾਂ ਨੇ ਵੀ ਜੇ ਕੀਤਾ ਜਾਂ ਹੋਰ ਕਿਸੇ ਨੇ ਵੀ ਕੀਤਾ, ਬਿਕੋਜ਼ ਆਫ ਇੰਡੀਅਨ ਸਟੇਟ, ਬਿਕੋਜ਼ ਆਫ ਏਜੰਸੀ ਨੈਟਵਰਕ। ਸੋ ਉਹੀ ਸਮਗਲਰ
ਰਾਹ ਵੱਲੋਂ ਜਿਹੜੇ ਟ੍ਰੇਨਡ ਕੀਤੇ ਗਏ, ਰਾਹ ਦੇ ਭਾਈਵਾਲ, ਰਾਹ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ, ਤੁਹਾਡੀ ਕੌਮ ਦਾ ਖਾਤਮਾ ਕਰਨ ਵਾਲੇ, ਉਹ ਵੱਧ ਫੁੱਲ ਕੇ ਐਡੇ ਵੱਡੇ ਸਮਗਲਰ ਹੋ ਗਏ। ਤੇ ਨਾਲ ਉਹਨਾਂ ਨੂੰ ਫਿਰ ਹੋਰ ਪੰਪ ਵੀ ਦਿੱਤਾ ਗਿਆ ਵੀ ਇੱਥੋਂ ਜਿਹੜੀ ਸਿੱਖ ਕੌਮ ਭੱਜ ਕੇ ਕੈਨੇਡਾ ਅਮਰੀਕਾ ਗਈ ਆ ਉਹਨਾਂ ਨੂੰ ਵੀ ਪਾ ਲਓ ਕੁੰਡੀ 'ਚ। ਤੇ ਫਿਰ ਹਿੰਦੁਸਤਾਨ ਦੀਆਂ ਸਪੋਰਟ ਦੇ ਨਾਲ ਉਹ ਲੋਕ, ਉਹ ਨਸ਼ਾ ਜਿਹੜਾ ਉਹ ਅਮਰੀਕਾ ਕੈਨੇਡਾ ਦੇ ਵਿੱਚ ਆਉਣਾ ਸਟਾਰਟ ਹੋ ਗਿਆ। ਅਮਰੀਕਾ ਕੈਨੇਡਾ ਵਿੱਚ ਆਉਣਾ ਸਟਾਰਟ ਹੋ ਗਿਆ। ਸੋ ਕੱਲ ਦੀ ਕਿ ਅੱਜ ਦੀ ਰਿਪੋਰਟ ਹੈ, ਅੰਟਾਰੀਓ ਦੇ ਵਿੱਚੋਂ 4 ਕੇ 5 ਜਿਹੜੇ ਪੰਜਾਬੀ ਉਹ ਫੜੇ ਗਏ ਨੇ। ਥੋੜੇ ਦਿਨ ਪਹਿਲਾਂ ਦੀ ਰਿਪੋਰਟ ਸੀ ਇੱਕ BC ਦੇ ਵਿੱਚ ਕਿੱਡੀ ਵੱਡੀ ਫੀਮ ਦੀ ਖੇਪ ਫੜੀ ਗਈ। ਉਹ ਕੌਣ ਆ, ਹਜੇ ਤੱਕ ਬਾਹਰ ਮਾਮਲਾ ਮੇਰਾ ਖਿਆਲ ਆਇਆ ਨਹੀਂ ਹੈ। ਔਰ ਕੈਲੀਫੋਰਨੀਆ ਦੀ ਹੈ ਕਿ ਉੱਥੋਂ ਵੀ ਅੱਜ 2-3 ਪੰਜਾਬੀ ਜਿਹੜੇ ਫੜੇ ਗਏ ਨੇ। ਸੋ ਜਿਹੜੀ ਗੱਲਬਾਤ ਹੁੰਦੀ ਹੈ ਜੀ, ਇਹ ਬਾਦਲ ਕੇ ਕਰਦੇ ਆ, ਇਹ ਫਲਾਨਾ ਕਰਦੇ, ਸਭ ਤੋਂ ਵੱਧ ਰੌਲਾ ਕੰਜਰੀ ਵਾਲੇ ਲਾਲੇ ਨੇ ਪਾਇਆ ਹੁੰਦਾ। ਸੋ ਆ ਉੱਥੋਂ ਦੀ ਇੱਕ ਰਿਪੋਰਟ ਹੈ ਪੁਲਿਸ ਦੀ, ਉਹ ਕਹਿੰਦੇ ਜੀ ਇਹ ਨਸ਼ਾ ਜਿਹੜਾ ਇਹ ਦਿੱਲੀ ਤੋਂ ਆਇਆ। ਸੋ ਦਿੱਲੀ ਬਾਦਲ ਬੈਠੇ ਆ ਕਿ ਕੌਣ ਬੈਠਾ? ਬਰਨਾਲਾ ਬੈਠਾ। ਦਿੱਲੀ 'ਚ ਰਾਜ ਕਿਸ ਦਾ? ਹੂ ਇਜ਼ ਦਾ CM ਇਨ ਦਿੱਲੀ? ਤੇ ਜੇ ਉੱਥੇ ਕੰਜਰੀ ਵਾਲਾ ਲਾਲਾ ਤੇ ਆਈ ਉੱਥੋਂ ਹੈ। ਸੋ ਗੱਲ ਇਹ ਲਾਲੇ ਦੀ ਜਾਂ ਦੂਜੇ ਤੀਜੇ ਦੀ ਨਹੀਂ ਹੈ। ਮੈਂ ਤੁਹਾਨੂੰ ਸਾਰੀ ਸਟੋਰੀ ਬੜੀ ਡੀਟੇਲ ਦੇ ਨਾਲ ਦੱਸ ਚੁੱਕਿਆ ਹੈ ਕਿ ਇਹ ਨਸ਼ੇ ਦਾ ਕੰਮ ਕਿਸ ਢੰਗ ਦੇ ਨਾਲ ਸਾਡੇ ਪੰਜਾਬ 'ਚ ਹੀ ਨਹੀਂ ਕੈਨੇਡਾ ਅਮਰੀਕਾ ਵਿੱਚ ਆ ਗਿਆ, ਤੇ ਕਿਵੇਂ ਸਾਡੇ ਪੰਜਾਬੀ ਲੋਕ ਇਸ ਵਿੱਚ ਇਨਵੋਲਵ ਹੋਏ, ਕਿਸ ਢੰਗ ਦੇ ਨਾਲ ਉਹ ਐਡੇ ਵੱਡੇ ਤਸਕਰ ਬਣ ਗਏ ਕਿ ਇੰਟਰਨੈਸ਼ਨਲ ਨਸ਼ਾ ਜਿਹੜਾ ਉਹਨਾਂ ਦਾ ਨਾਂ ਆਉਣ ਲੱਗ ਗਿਆ। ਅੱਜ ਅਮਰੀਕਾ ਦੀ ਜਿਹੜੀ FBI ਹੈ, ਉਹਨਾਂ ਨੇ ਇੱਕ ਪਿਕਚਰ ਸਾਂਝੀ ਕੀਤੀ ਹੈ ਤੁਹਾਡੇ ਸਿੰਘ ਸਾਹਿਬ ਨੂੰ ਇੱਕ ਨੂੰ ਫੜਨ ਵਾਸਤੇ। ਬਾਈ ਆਮ ਸੋ ਸੌਰੀ, ਆਮ ਨਾਟ ਲੁੱਕ ਲਾਈਕ ਸਿੰਘ ਸਾਹਿਬ। ਸੋ ਉਸ ਦੀ ਫੋਟੋ ਲੈ ਕੇ ਆਉਣਾ ਚਾਹੁੰਦੇ ਆ। 500,000 5 ਲੱਖ $US ਦਾ ਨਾਮ ਆ ਜਿਹੜਾ ਇਸ ਗੰਦ ਨੂੰ ਫੜਾਊਗਾ। ਆਇਆ ਸ਼ਕਲ ਦੇਖ ਸਕਦੇ ਇਸ ਦੀ, ਤੇ ਨਾਮ ਵੀ ਬਹੁਤ ਸੋਹਣਾ, ਬਖਸ਼ੀਸ਼ 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 ਸਿੱਧੂ ਸਾਹਿਬ। ਠੀਕ ਹੈ ਜੀ। ਸੋ ਆਹ ਦੇਖ ਲਓ, ਸ਼ੁਕਰ ਹੈ FBI ਦਾ। ਕਹਿੰਦੇ ਰੇਸ ਏਸ਼ੀਅਨ ਮੇਲ ਹੈ ਜੀ, 5 ਫੁੱਟ 6 ਇੰਚ ਦਾ, weight ਇਹਦਾ 154 ਹੈ। ਜਿਹੜੇ ਹੇਅਰ ਕਲਰ ਹੈ ਇਹਦੇ, ਵਾਲ ਆ ਜਿਹੜੀ ਉਹ ਬਲੈਕ ਹੈ। ਆਈ ਅੱਖਾਂ ਇਹਦੀਆਂ ਬਰਾਊਨ ਹੈ। ਤੇ 1970 ਦੇ ਵਿੱਚ ਇਹ ਪੈਦਾਇਸ਼ ਹੋਈ ਹੈ, ਮਹਾਨ ਸ਼ਖਸੀਅਤ। ਤੇ ਲਾਸਟ ਟਾਈਮ ਇਹ ਸਰੀ BC ਕੈਨੇਡਾ ਦੇ ਵਿੱਚ ਦੇਖਿਆ ਗਿਆ। ਤੇ ਬਾਕੀ ਆ ਸਾਰੀ ਜਿਹੜੀ ਹੈ ਡੀਟੇਲ ਹੈ ਤੁਹਾਡੇ ਸਾਹਮਣੇ ਹੈ। ਸੋ ਇਸ ਦੇ ਬਾਰੇ FBI ਨੇ ਕਿਹਾ ਹੈ ਕਿ ਜਿਹੜਾ ਵੀ ਬੰਦਾ ਇਸ ਨੂੰ ਜਾਣਦਾ ਹੈ, ਜਿਸ ਬੰਦੇ ਨੇ ਵੀ ਇਸ ਨੂੰ ਦੇਖਿਆ ਤੇ ਉਹ ਇਸ ਦੀ ਸੂਚਨਾ FBI ਨੂੰ ਦੇਊਗਾ ਤੇ 500,000 5 ਲੱਖ US ਦਾ ਨਾਮ ਦਿੱਤਾ ਜਾਊਗਾ। 5 ਲੱਖ US। ਦਰਸ਼ਨ ਕਰ ਲਓ ਬਾਈ ਆ ਸ਼ਖਸੀਅਤ ਦੇ, ਬਹੁਤਾ ਟਾਈਮ ਨਹੀਂ ਇਹਨੇ ਫੋਟੋ ਨੇ ਦਿਸਣਾ ਇੱਥੇ, ਮੈਂ ਤਾਂ ਸਿੱਖ ਨਹੀਂ ਦਿਸਦਾ। ਆ ਕਰੋ ਦਰਸ਼ਨ। ਇਹੋ ਜਿਹੇ ਲੋਕਾਂ ਨੇ ਕੌਮ ਨੂੰ ਕਿਸੇ ਪਾਸੇ ਦਾ ਨਹੀਂ ਰਹਿਣ ਦੇਣਾ। ਕਹਿੰਦੇ ਇਹ ਭਾਈ ਸਾਹਿਬ ਮੈਕਸੀਕੋ ਦੇ ਅੰਤਰਰਾਸ਼ਟਰੀ ਨਸ਼ਾ ਗਰੋਹ ਦੇ ਅਮਰੀਕਾ ਕੈਨੇਡਾ ਵਿੱਚ ਵੇਚੀ ਡਰੱਗ ਦੇ ਡਾਲਰ ਉਹਨਾਂ ਨੂੰ ਭੇਜਦਾ ਸੀ। ਮੈਕਸੀਕੋ ਆ ਕੇ ਬੈਠੇ ਨੇ ਹਿੰਦੁਸਤਾਨੀ, ਰਾਹ ਨੇ ਉੱਥੋਂ ਤੱਕ ਪਹੁੰਚਾਤੇ। ਅੱਗੇ ਰਾਹ ਨੇ ਡਰਦੇ ਸੀ ਵੀ ਟਰੰਪ ਕਹਿੰਦਾ ਕਦੇ ਮੈਂ ਕੰਧ ਕੱਢ ਦੇਣੀ ਹੈ, ਹੁਣ ਬਾਈਡਨ ਕਹਿੰਦਾ ਕੱਢੋ ਨਾ, ਅੰਦਰ ਵੜਨਾ ਕਿ ਨਹੀਂ ਵੜਨਾ, ਹਜੇ ਟਾਈਮ ਥੋੜ੍ਹਾ ਹੀ ਹੋਇਆ। ਸੋ ਉੱਥੋਂ ਭਜਾ ਦਿੰਦੇ ਸੀ ਤੇ ਇਹ ਉਹਨਾਂ ਦਾ ਨਾਲ ਰਲਿਆ ਹੋਇਆ ਸੀ, ਇੱਧਰੋਂ ਡਾਲਰ ਉੱਥੇ ਭੇਜਦਾ ਸੀ। ਸੋ ਹੁਣ ਇਹ ਤੇ ਇਹਦੇ ਸਾਥੀ ਜਿਹੜੇ ਫਰਾਰ ਨੇ, ਇਹਨਾਂ ਦੀ ਸੂਚਨਾ ਦੇਣ ਵਾਲੇ ਨੂੰ FBI 500,000 ਇਨਾਮ ਦੇ ਰਹੀ ਹੈ। ਕਰੋ ਕੋਸ਼ਿਸ਼। ਇਹਦੇ ਵਰਗਾ ਬਾਕੀ ਗੰਦ ਜਿਹੜਾ ਆਏ ਦਿਨ ਕੁਆਂਟਲ ਨਸ਼ੇ ਸਾਡੇ ਯੂਥ ਦੇ ਮੂੰਹ ਵਿੱਚ ਤੁੰਨ ਰਹੇ ਨੇ। ਸੋ ਬਾਈ ਜੀ ਇਹ ਹਾਲਾਤ ਨੇ ਤੁਹਾਡੀ ਕੌਮ ਦੇ। ਇਹ ਛੋਟੀ ਮੋਟੀ ਗੱਲ ਨਹੀਂ ਹੈ। ਤੁਸੀਂ ਇੱਥੋਂ ਤੱਕ ਸਬਰ ਨਾ ਕਰ ਲਿਆ ਕਰੋ ਕਿ ਬਾਦਲਾਂ ਨੇ ਨਸ਼ਾ ਲੈ ਜਾਂਦਾ, ਮਜੀਠੀਆ ਲੈ ਆਇਆ, ਪੰਜਾਬ 'ਚ ਆ ਗਿਆ, ਤਰਨਤਾਰਨ ਆ ਗਿਆ, ਬਠਿੰਡੇ ਆ ਗਿਆ। ਨਹੀਂ, ਬਹੁਤ ਵੱਡੀ ਬਹੁਤ ਵੱਡੀ ਗੇਮ ਹੋ ਗਈ ਹੈ। ਨਸ਼ਾ ਬਠਿੰਡੇ ਤੱਕ ਨਹੀਂ ਹੈ। ਨਸ਼ਾ ਅਮਰੀਕਾ ਦੇ ਬਾਰਡਰ ਮੈਕਸੀਕੋ ਤੇ ਵੀ ਨਹੀਂ ਰੁਕਿਆ।
पर नशा वेचण वाले मैक्सीको पहुँच गए तो उन्होंने यार बेली बख्शीश संधू वर्गे कनेडा अमरीका में बैठ के डॉलर इकट्ठे करके उतों मैक्सीको पहुँचा रहे हैं तो नशा कनेडा अमरीका विच उसे तरह वेचिया जा रहा है जिस तरह तुहाडे पंजाब दे विच। ये सारा मसला गुलामी का मित्रों। जे तुहाडी अपनी स्टेट होवे, तुहाडी अपनी कौम होवे, ना पंजाब विच नशा, ना कनेडा अमरीका नशा ला के आउण वाला सिख, ना उन्होंने डॉलर देने वाला बख्शीश सिद्धू, होर कोई भी हो सकता। बहुत सारे हिंदुस्तानी जिहड़े कनेडा अमरीका विच हुण तक फड़े गए ने, कुछ जेलों में ने, कुछ होर कुछ है, कुछ होर कुछ है। साडी कौम का इको एक मसला है कि असी गुलाम, और गुलामां दे नाल इहो जिहा कुछ तुसीं बादलों नूं फड़ लो, तुसीं कैप्टन नूं बदल दिओ, तुसीं उत्थे ड्राइवर लै आओ, तुसीं कलिंडर लै आओ। पंजाब दे विच नशा खत्म दी छड्डो गल, तुसीं कनेडा अमरीका बैठे भी सेफ नहीं है। तुहाडी कौम दी किस्मत जिहड़ी है वो तुहाडी आज़ादी नाल कनैक्टड है। जे तुसीं आज़ाद नहीं हुंदे तो दुनिया भर दे अंदर अज तुहानूं शुक्र करो गोरियां दा जिन्हां ने तुहाडा इतिहास लिखिया कि भाई ये वो कौम आ जिन्हां दा अपना राज हुंदा सी, ये वो कौम आ जिहड़े महाराजा रणजीत सिंह इन्हां दा किंग हुंदा सी ते उहदियां सिफतां कीतियां। ते जे इसे तरह ही रहा, असी बादलों नूं हरा के कैप्टन लै आंदा, कैप्टन नूं हरा के असी कंजरी वाला लाला लै आउणा, लाला नहीं होया तो असी कामरेटां मगर तुर पे, उत्थे लखा आ गया, उत्थे हज़ारा आ गया, उत्थे दूजा आ गया, इत्थे तीजा आ गया, तो आ 2 मंगां, आ 3 कानून, ते 4 काले, ते 5 हरे, ते 6 भूरे। जे इसे काम विच रहे तो बहुत जल्दी तुहाडी कौम नूं लटेरे कहा जाऊगा पूरी दुनिया भर दे विच। तुहाडीआं अकलां, तुहाडीआं शकलां, तुहाडे नां देख के ये क्या करनगे कि इंटरनेशनल ड्रगी लोग ने, इन्हां दे मारो चपेड़ां जिथे मिलदे आ। मैं माफ़ी चाहुंदा साडे भरावां नूं, कई वारी कुछ गल्लां इदां लगदियां हुंदियां कि जान बुझ के फलाने नूं टारगेट है, जान बुझ के फलाने नूं टारगेट है। मैं वार वार कहना हुंदा कि बाई जी साडा कोई दुश्मन नहीं है। We are not against any religion, we are not against any political party, we are not against any one person or any group. साडा कोई किसी नाल दुश्मनी नहीं है। और जो भी गलबात करते हैं लिख के या किताबों चो पढ़ के या कापियां चो पढ़ के नहीं, गुरु की किरपा दे नाल आटोमैटिकली जो माइक ते आके बह जाते हैं तो गल्लां तुहाडे नाल साझियां हो जांदियां। असीं चाहुंदे आ कि तुहानूं पता लगे कि साडी कौम नाल कित्थे कित्थे की हो रहा है, ते क्यों हो रहा है, ते कदों तक हुंदा रहूगा, ये किवें हटूगा। जो तुहानूं दस्सिया जा रहा है दैट्स टोटली रॉन्ग। पूरे दुनिया भर के पंजाबी दे मैनूं नहीं पता 1 लाख शो चलते हैं या 2 लाख शो चलते हैं, तुहानूं मोस्टली बेवकूफ बनाया जा रहा। कोई कांग्रेस पक्षी होऊगा तो कहूगा बादलों का नशा, बादल खत्म हो गए तो सारी गेम खत्म हो जू। कोई बादलों का पक्षी होऊगा तो कहूगा जी ये कांग्रेस ने बेड़ा गर्क करता, जे कांग्रेस ही खत्म हो गए साडी गौरमेंट आ गई तो सारा कुछ ठीक हो जू। तो केजरीवाल की भेड़ कहूगी ना बादल के ना कांग्रेसी, वो कहते साडा भेडू लैके आओ फिर पंजाब सारा कुछ ठीक होना। तो आ हुण कांवरेट लाना, एक नवीं भेडां आ गईयां, ये कहते सानूं पता भी हिंदुस्तान असीं किदां ठीक करना। वो सारा विक गया, तुहाडी मां सारी विक गई, तुसीं तां खुद चोर। This is your media, USMI, only the one live show in the world, which one is the most पॉपुलर पंजाबी लाइव शो, जिहड़ा तुहानूं हर जड़ हर तय तक तुहानूं दसदा। और आई एम 100% श्योर कि तुसीं हर गल नूं बहुत चंगी तरह समझदे हैं। सो साडी कौम नाल जुड़िया होया कोई भी मसला, जे असीं अज इह नशे की गल कर लईए, अज असीं ये ड्रग डीलरां की गल कर लईए, इट्स नॉट ओनली बिकॉज ऑफ बादल, इट्स नॉट ओनली इन पंजाब, ये ऑल ओवर इन द वर्ल्ड, अमेरिका कैनेडा दे विच साडी कौम की बदनामी हो चुकी है मित्रों, बिकॉज ऑफ असी गुलाम है, साडे कोल अपनी स्टेट नहीं है। खुश हुंदी है स्टेट, हिंदुस्तान खुश हुंदा, उन्हां दीआं वैसियां खुश हुंदियां जदों इस तरह के जमूरे की फोटो लगती है, जदों इस तरह के जमूरे नूं कहा जाता है कि ये लोग ड्रग डीलर ने। आई एम सो सॉरी,
बहुत कुछ है। टाइम बड़ा फास्ट भज्या जाता यार। सो अगली गल ते जाना मैं। बादलों ने ऐ कर दिता, बादलों ने गुरु ग्रंथ साहब की बेअदबी कर दी, बादलों ने सिੱਖੀ ਨੂੰ बर्बाद कर दिता, बादल पंथ ਨੂੰ खा गए, बादलों ने पंथ ऐ कर दिता, बादलों के राह च पग ला दी गई। सो आई गॉट वन वीडियो टुडे, इट्स नॉट इन पंजाब, इट्स नॉट अंडर बादल। हिंदुस्तान की फौज के विच भर्ती होने के वास्ते एक सिख गुरसिख जाता है, अमरधारी गुरसिख। सो उत्थे की हो रहा है? स्टेट के खिलाफ ना भाई रणजीत सिंह बोलूगा, ना भाई ढंडरी बोलूगा, ते ना ही भाई कोई होर बोलूगा, ना बडाला बोलूगा, ना कटाला बोलूगा। बादलों के खिलाफ इजी है। सो लेट्स सी द वीडियो व्हाट हैपन। वाहिगुरू जी का खालसा वाहिगुरू जी की फतेह। अहीं अज फिरोजपुर भर्ती ते पहुंचे हाँ, जबकि मैं भी एक अमृतधारी सिख हाँ। मैं दमदमी टकसाल तो बिलोंग करदा ते जदों मैं उत्ते जाके वेखे साडे सामने साडे श्री साहिबां दी बेअदबी हो रही है, साडे श्री साहिबां दी बेअदबी हो रही है। वो फौज वाले ये गल कह रहे हैं, कहंदे भी जेड़ा अमृतधारी वो बाहर होइए, जिन्ने श्री साहिब पाया वो बाहर होइए। आह देखो ना सारे नौजवानों के श्री साहिब आते ने ते मेरी सारिਆਂ ਨੂੰ हथ जोड़ के बेनती आ ਵੀ ਆਹ ਵੇਖੋ ਤੁਸੀਂ ਦੇਖੋ ਸ਼੍ਰੀ ਸਾਹਿਬ ਨਾਲ ਕਿਵੇਂ ਲਵਾਏ ਧੱਕੇ ਨਾਲ ਇਹਨਾਂ ਆਰਮੀ ਵਾਲਿਆਂ ਨੇ। ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤੇ ਆਪਣੀ ਸਾਰੀ ਜਥੇਬੰਦੀਆਂ ਨਾਲ ਗੱਲ ਵੀ ਹੋ ਚੁੱਕੀ, ਅਕਾਲ ਤਖਤ ਸਾਹਿਬ ਤੇ ਆਪਾਂ ਫੋਨ ਕਰ ਚੁੱਕੇ ਹੋਏ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਕੱਲ੍ਹ ਨੂੰ ਆਪਾਂ ਇੱਥੇ ਇਕੱਠੇ ਹੋ ਕੇ ਜੋ ਵੀ ਧਰਨਾ ਮੁਜ਼ਾਹਰਾ ਜੋ ਵੀ ਅਫਸਰ ਤੇ ਕਾਰਵਾਈ ਕਰਨੀ ਕਰਾਂਗੇ। ਤੋ ਮੇਰੀ ਮਿਹਨਤ ਹੈ ਸਾਰਿਆਂ ਅੱਗੇ ਵੀ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ। ਜੇ ਆਪਾਂ ਇਹ ਵੀਡੀਓ ਨਾਲ ਸ਼ੇਅਰ ਕੀਤੀ ਆਪਣੇ ਨੌਜਵਾਨਾਂ ਦਾ ਮਨੋਬਲ ਡੇ ਪੈਣਾ, ਉਹਨਾਂ ਕਹਿਣਾ ਵੀ ਜੋ ਸਾਡਾ ਗੁਰੂ ਨਹੀਂ ਸਾਡੇ ਅੰਗ ਸੰਗ ਹੋਇਆ ਤੇ ਅਸੀਂ ਅਮਰਧਾਰੀ ਹੋ ਕੇ ਕੀ ਲੈਣਾ ਇੱਥੋਂ। ਸੋ ਮੇਰੀ ਇੰਨੀ ਕੁ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਫਿਰੋਜ਼ਪੁਰ ਭਰਤੀ ਤੇ ਪਹੁੰਚੇ ਹਾਂ, ਜਦਕਿ ਮੈਂ ਵੀ ਇੱਕ ਅਮਰਧਾਰੀ ਸਿੱਖ ਹਾਂ। ਮੈਂ ਦਮਦਮੀ ਟਕਸਾਲ ਤੋਂ ਬਿਲੋਂਗ ਕਰਦਾ ਤੇ ਜਦੋਂ ਮੈਂ ਉੱਥੇ ਜਾ ਕੇ ਵੇਖੇ ਸਾਡੇ ਸਾਹਮਣੇ ਸਾਡੇ ਸ਼੍ਰੀ ਸਾਹਿਬਾਂ ਦੀ ਬੇਅਦਬੀ ਹੋ ਰਹੀ ਹੈ, ਸਾਡੇ ਸ਼੍ਰੀ ਸਾਹਿਬਾਂ ਦੀ ਬੇਅਦਬੀ ਹੋ ਰਹੀ ਹੈ। ਉਹ ਫੌਜ ਵਾਲੇ ਇਹ ਗੱਲ ਕਹਿ ਰਹੇ ਨੇ, ਕਹਿੰਦੇ ਵੀ ਜਿਹੜਾ ਅਮਰਧਾਰੀ ਉਹ ਬਾਹਰ ਹੋਈਏ, ਜਿੰਨੇ ਸ਼੍ਰੀ ਸਾਹਿਬ ਪਾਇਆ ਉਹ ਬਾਹਰ ਹੋਈਏ। ਆਹ ਦੇਖੋ ਨਾ ਸਾਰੇ ਨੌਜਵਾਨਾਂ ਦੇ ਸ਼੍ਰੀ ਸਾਹਿਬ ਆਤੇ ਨੇ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਹ ਵੇਖੋ ਤੁਸੀਂ ਦੇਖੋ ਸ਼੍ਰੀ ਸਾਹਿਬ ਨਾਲ ਕਿਵੇਂ ਲਵਾਏ ਧੱਕੇ ਨਾਲ ਇਹਨਾਂ ਆਰਮੀ ਵਾਲਿਆਂ ਨੇ। ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤੇ ਆਪਣੀ ਸਾਰੀ ਜਥੇਬੰਦੀਆਂ ਨਾਲ ਗੱਲ ਵੀ ਹੋ ਚੁੱਕੀ, ਅਕਾਲ ਤਖਤ ਸਾਹਿਬ ਤੇ ਆਪਾਂ ਫੋਨ ਕਰ ਚੁੱਕੇ ਹੋਏ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਕੱਲ੍ਹ ਨੂੰ ਆਪਾਂ ਇੱਥੇ ਇਕੱਠੇ ਹੋ ਕੇ ਜੋ ਵੀ ਧਰਨਾ ਮੁਜ਼ਾਹਰਾ ਜੋ ਵੀ ਅਫਸਰ ਤੇ ਕਾਰਵਾਈ ਕਰਨੀ ਕਰਾਂਗੇ। ਤੋ ਮੇਰੀ ਮਿਹਨਤ ਹੈ ਸਾਰਿਆਂ ਅੱਗੇ ਵੀ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ। ਜੇ ਆਪਾਂ ਇਹ ਵੀਡੀਓ ਨਾਲ ਸ਼ੇਅਰ ਕੀਤੀ ਆਪਣੇ ਨੌਜਵਾਨਾਂ ਦਾ ਮਨੋਬਲ ਡੇ ਪੈਣਾ, ਉਹਨਾਂ ਕਹਿਣਾ ਵੀ ਜੋ ਸਾਡਾ ਗੁਰੂ ਨਹੀਂ ਸਾਡੇ ਅੰਗ ਸੰਗ ਹੋਇਆ ਤੇ ਅਸੀਂ ਅਮਰਧਾਰੀ ਹੋ ਕੇ ਕੀ ਲੈਣਾ ਇੱਥੋਂ। ਸੋ ਮੇਰੀ ਇੰਨੀ ਕੁ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। रही इलेक्ट्रिसिटी तक ना समझो कि हाँ बच्चों को कह दिता जी हरिया आ गया तो बच्चे सौ गए। नहीं, बहुत वड्डी गल है मित्रों, बहुत वड्डी गल। जिस दिन तुहाडे कोले राज होया ना, तुहाडे कोले पोलीटिकल पावर हुई, तुहाडे नेड़े तेड़े जिहड़े निक्के मोटे जे देश माड़े मोटे टापू छापू जे नाल लगदे होणगे, श्रीलंका दूजा, इन्हां 'च भी सुधार आ जाना। अज तां तुहाडे ही आ पग्गां बन्ह के तस्कर बने आ ना, ड्रामे करदे ने। यही लोग हुंदे ने बहुते वड्डे जिहड़े असीं छड़ा के लियाउने जी राख चों मुंडे, असीं ब्लड मनी देवांगे 25 लाख, क्योंकि डॉलर बने हुंदे ना मिलियन मिलियन 'च। 25 लाख की है, कुछ भी नहीं, नथिंग। ते असीं की करदे आ, वाह जी वाह, आ है सरदार जी, किड्डी वड्डी कौम की सेवा कर लिया। 25 बंदे सऊदी च मार देने सी, उत्थों छड़ा लिया ये। फिर असीं ते फोटो पाने, क्या बात है बई, आ जी महान शख्सियत। ये इस टाइप के महान शख्सियत है। सो कई बार न्यूज़ आ जाती है, अमरीका चो एक सिख ने 10 लाख दिता जी किसानां दे हक दे विच, सानूं बड़ा वधिया बंदा जी, किड्डा वधिया बंदा यार, 10 लाख दे गया। हुण आ जिहड़े फड़े गए आ पतंदर, आ 7-8 फड़े अज आ भज्जे होए आ, जिहदे ते FBI ने
500,000 5 ਲੱਖ US ਡਾਲਰ ਦਾ ਨਾਮ ਰੱਖਿਆ ਹੋਇਆ। ਕਿੰਨੇ ਮਿਲੀਅਨ ਬਿਲੀਅਨ ਡਾਲਰ ਦੀ ਸਮਗਲਿੰਗ ਕਰਦੇ ਹੋ, ਕੀ ਫਰਕ ਪੈਂਦਾ 10 ਲੱਖ ਦੇ ਦਿੱਤਾ। ਇਹ ਇਸ ਟਾਈਪ ਦੇ ਚੌਧਰੀ ਜਿਹੜੇ ਇਸ ਟਾਈਪ ਦੇ ਬਣੇ ਹੁੰਦੇ ਨੇ ਮਿੱਤਰੋ, ਸਾਡੇ ਵਰਗੇ ਨਹੀਂ। ਸਾਡੇ ਵਰਗੇ ਤਾਂ ਉੱਦਾਂ ਹੀ ਠੱਬਾ ਲੱਗੀ ਜਾਂਦਾ, ਬੈਠਾ ਪੈਸੇ ਬਣਾਈ ਜਾਂਦਾ। ਕਿੰਨੀਆਂ ਐਡਾਂ ਚੱਲਦੀਆਂ ਲਵਾਂ ਨਾ ਇੱਥੇ ਟੋਰਾਂਟੋ ਤੇ ਰੇਡੀਓ ਟੀਵੀਆਂ ਦਾ, ਕਿੰਨੀਆਂ ਚੱਲਦੀਆਂ ਸਾਰਿਆਂ ਤੇ ਇੱਥੇ ਕਿੰਨੀਆਂ ਚੱਲਦੀਆਂ, 2 ਤੇ ਦੋਨੇ ਫ੍ਰੀ ਆ, ਤੇ ਪੈਸੇ ਸਾਲੇ ਮਾਈਕ ਚੋਂ ਨਿਕਲ ਜਾਂਦੇ ਆ। ਕੌਮ ਦਾ ਸਾਡੀ ਦਾ ਦਿਮਾਗ ਹੀ ਇੱਦਾਂ ਮਿੱਤਰੋ ਕਿ ਜਿਹੜਾ ਕੌਮ ਦੀ ਗੱਲ ਕਰਦਾ, ਜਿਹੜਾ ਠੋਕ ਕੇ ਗੱਲ ਕਰਦਾ, ਜਿਹੜਾ ਸੱਚੀ ਗੱਲ ਕਰਦਾ, ਉਹਦੇ ਤੇ ਚੜ੍ਹ ਜਾਓ, ਤੇ ਦੂਜੇ ਪਾਸੋਂ ਡਰ ਲੱਗਦਾ ਫੁੱਫੜ ਤੋਂ। ਐਨੀਵੇ ਵੀ ਹੈਵ ਸੋ ਮੈਨੀ ਨਿਊਜ਼। ਟਾਈਮ ਬਹੁਤ ਹੋ ਗਿਆ, ਅੱਜ ਐਨਲਿਸਟ ਸਾਹਿਬ ਦਾ ਵੀ ਟਾਈਮ ਹੋ ਗਿਆ, ਬਟ ਕਰ ਲਈਏ ਯਾਰ, ਕੱਲ੍ਹ ਨੂੰ ਮੇਰੀ ਛੁੱਟੀ ਹੈ, ਪਰਸੋਂ ਨੂੰ ਪਤਾ ਨਹੀਂ ਮੈਂ ਆਵਾਂ ਕਿ ਢੀਠ ਹੋ ਜਾ, ਹੈ ਨਾ, ਕਹਿਣਾ ਕਿੱਧਰ ਗਿਆ। ਸੋ ਆਪਾਂ ਨਿਊਜ਼ ਕਰ ਲਈਏ ਕਵਰ, ਕਾਫੀ ਨਿਊਜ਼ ਆ। ਸੋ ਅਗਲੀ ਨਿਊਜ਼, ਟੌਪਿਕ ਚੇਂਜ ਬਾਈ। ਹਾਂਜੀ, ਕਰੋਨਾ ਦੀ ਦੂਜੀ ਲਹਿਰ ਬੇਕਾਬੂ, ਮਰਨ ਵਾਲਿਆਂ ਦੀ ਗਿਣਤੀ 1,67,642 ਤੱਕ ਪਹੁੰਚੀ। ਠੀਕ ਹੈ ਜੀ, ਖਿੱਚ ਲੈਣ ਦੇ ਮੈਨੂੰ ਕੰਮ ਹੁਣ ਬੜਾ ਜਾ, ਨਹੀਂ ਰੋਕੀ ਜਾ। हाँ भाई, कहाँ है वो कालिया पंडितां दा रिश्तेदार, फलाना एशिया धिमका एशिया, ਜਿਹੜਾ ਕਹਿੰਦਾ ਹੁੰਦਾ ਔਰ ਟਰੰਪ ਨੂੰ ਤਾਂ ਮੋਦੀ ਤੋਂ ਕੁਛ ਸਿੱਖਣਾ ਚਾਹੀਦਾ, ਅਤੇ ਅਮਰੀਕਾ ਨੂੰ ਵੀ ਜਿਹੜਾ ਹਿੰਦੁਸਤਾਨ ਤੋਂ ਕੁਝ ਨਾ ਕੁਛ ਸਿੱਖਣਾ ਪਊਗਾ। ਜੇ ਅਮਰੀਕਾ ਹਿੰਦੁਸਤਾਨ ਤੋਂ ਸਿੱਖ ਲਊਗਾ ਤਾਂ ਠੀਕ ਆ। ਸੰਧਾ ਵਾਲੀ ਜੀ, ਸੰਧੇ ਵਾਲਾ, ਨਹੀਂ ਤਾਂ ਅਮਰੀਕਾ ਦਾ ਦੁਆਲਾ ਨਿਕਲ ਜਾਣਾ। ਅਮਰੀਕਾ ਦੇ ਵਿੱਚ ਜਿਹੜੀ ਆ ਇਹ ਕਰੋਨਾ ਜਿਹੜੀ ਆ ਇਹ ਕੰਟਰੋਲ ਨਹੀਂ ਹੋਣੀ। ਸੰਧੇ ਵਾਲੀਆ ਜੀ ਅਮਰੀਕਾ ਤੋਂ ਸਿੱਖਣਾ ਪੈਣਾ, ਤਾਂ ਅਮਰੀਕਾ ਆਪਣਾ ਏਸ਼ੀਆ ਵਾਲਾ ਚੈਨਲ ਦੇਖੇ, ਅਮਰੀਕਾ ਵਾਲਾ ਸਾਡੇ ਕੈਨੇਡਾ ਵਾਲੇ ਸਾਡਾ ਚੈਨਲ ਦੇਖਣ, ਤਾਂ ਨਹੀਂ ਤਾਂ ਫਿਰ ਇਹਨਾਂ ਦਾ ਦੁਆਲਾ ਨਿਕਲ ਜਾਣਾ। ਹੁਣ ਪੁੱਤ ਦੱਸ ਕਿਹਦਾ ਦੁਆਲਾ ਨਿਕਲਿਆ ਹੋਵੇ? ਅਮਰੀਕਾ ਨੇ ਤਾਂ 400 ਮਿਲੀਅਨ ਦੇ ਟੀਕੇ ਲਾ ਦਿੱਤੇ ਆ, 400 ਮਿਲੀਅਨ ਦੇ ਟੀਕੇ ਲਾ ਦਿੱਤੇ ਆ। ਕਰ ਲਾਈਵ ਸ਼ੋ, ਆ ਜਿੱਦੇ ਮਰਜੀ ਮੈਂ ਆਉਣਾ ਤੇਰੇ ਲਾਈਵ ਸ਼ੋ ਤੇ, ਤੇਰਾ ਕਾਲੇ ਰੰਗ ਦਾ ਹਰਾ ਰੰਗ ਨਾ ਮੈਂ ਕਰ ਦਿਆਂ। ਗੱਪ ਮਾਰ ਮਾਰ ਕੇ, ਝੂਠ ਮਾਰ ਮਾਰ ਕੇ ਤੂੰ ਕੈਨੇਡਾ ਅਮਰੀਕਾ ਦੇ ਵਿੱਚ ਸਾਡੀ ਕੌਮ ਦਾ ਸੱਤਿਆਨਾਸ਼ ਕੀਤਾ ਹੋਇਆ। ਸੋ ਅਗਲੀ ਨਿਊਜ਼ ਤੇ ਜਾਂਦੇ ਬਾਈ ਜੀ, ਕਰੋਨਾ ਨਾਲ ਸੰਬੰਧਿਤ। ਕਰੋਨਾ ਦਾ ਫਰਜ਼ੀਵਾੜਾ ਨਾ, ਮੈਂ ਤਾਂ 3 ਘੰਟੇ ਹੀ ਲੱਭੀ ਗਿਆ ਵੀ ਇਹ ਹੈ ਕਿ ਫਰਜ਼ੀਵਾੜਾ। ਫੌਜ ਲਈ 26 ਕਰੋਨਾ ਪੋਜ਼ੀਟਿਵ ਨੌਜਵਾਨਾਂ ਦੀ ਰਿਪੋਰਟ ਕੀਤੀ ਨੈਗੇਟਿਵ। ਮਤਲਬ ਇਹ ਕਿ ਭਾਈ ਕਰੋਨਾ ਦਾ ਉੱਥੇ ਟੈਸਟ ਹੋਇਆ ਹਿੰਦੁਸਤਾਨ 'ਚ, ਤੇ ਝੂਠ ਤੂਫਾਨ ਤੇ ਦੂਜਾ ਤੀਜਾ ਜਿੰਨਾ ਇਹਨਾਂ ਦਾ ਗੰਦ ਪਾਇਆ ਹੋਇਆ ਇਸ ਦੇਸ਼ ਦੇ ਲੋਕਾਂ ਨੇ, ਦੇਸ਼ ਨੇ। ਸੋ ਉਹਦੇ ਵਿੱਚ ਸੋ ਅਗਲੇ ਨੇ ਪੈਸੇ ਦਿੱਤੇ, ਤੇ ਜਿਹੜੇ ਪੋਜ਼ੀਟਿਵ ਸੀ ਉਹਨਾਂ ਨੇ ਨੈਗੇਟਿਵ ਰਿਪੋਰਟ ਬਣਾਤੀ, ਤੇ ਜਿਹਨੇ ਪੈਸੇ ਨਹੀਂ ਦਿੱਤੇ ਉਹਦੀ ਨੈਗੇਟਿਵ ਵਾਲੀ ਪੋਜ਼ੀਟਿਵ ਬਣਾ ਦੇਣੀ। ਸੋ ਆ ਜੀ ਤੀਜੀ ਪਾਵਰ। ਤੇ ਇੱਥੇ ਬ੍ਰੇਕਾਂ, ਇੱਥੇ ਪੁੱਤ ਕਲੱਚ ਵੀ ਨਹੀਂ ਨੱਪਿਆ ਜਾਣਾ। ਵੇਖ ਸਹੀ 4 ਮਹੀਨਿਆਂ ਤੱਕ ਬਣਦਾ ਕੀ ਹੈ ਤੇਰਾ ਦੇਸ਼ ਦਾ, ਜਿਹਨੇ ਤੂੰ ਬਣਾਇਆ ਹੈ ਵਰਲਡ ਪਾਵਰ, ਚੌਥੀ ਪਾਵਰ, ਤੀਜੀ ਪਾਵਰ। ਸੋ ਐਨੀ ਵੀ ਅਗਲੀ ਨਿਊਜ਼ 'ਤੇ ਚੱਲਦੇ ਆਪਾਂ। ਹਸਪਤਾਲ ਦੇ 35 ਡਾਕਟਰ ਕਰੋਨਾ ਪੋਜ਼ੀਟਿਵ ਲਵਾ ਚੁੱਕੇ ਕਰੋਨਾ ਵੈਕਸੀਨ। ਸੋ 35 ਡਾਕਟਰ ਆ ਜਿਹੜੇ, ਉਹਨਾਂ ਨੂੰ ਕਰੋਨਾ ਦੇ ਵੈਕਸੀਨ ਵੀ ਬਾਈ ਲੱਗੇ ਹੋਏ ਸੀ, ਤੇ ਵੈਕਸੀਨ ਕਰੋਨਾ ਦੇ ਲੱਗੇ ਹੋਣ ਦੇ ਬਾਵਜੂਦ ਜਿਹੜਾ ਉਹ ਕਰੋਨਾ ਹੋ ਗਿਆ। ਇੱਕ ਖਬਰ ਮੈਥੋਂ ਮਿਸ ਹੋ ਗਈ ਸੀ, ਸੋ ਉਹ ਵੀ ਮੈਂ ਲੈ ਆਵਾਂ ਨਾਲ ਹੀ, ਤੇ ਆਪਾਂ ਫਿਰ ਇਹਦੇ 'ਤੇ ਸੋਚਦੇ ਹਾਂ ਵੀ ਇਹ ਕਰੋਨਾ ਕਿਉਂ ਹੋ ਗਿਆ। ਜੇ ਕਰੋਨਾ ਦੇ ਟੀਕੇ ਵੀ ਲੱਗੇ ਸੀ, ਇੱਕ ਪਾਸੇ ਕੈਨੇਡਾ ਨੂੰ ਟੀਕੇ ਦੇ ਰਹੇ ਆ, ਇੱਥੇ ਵੱਡੇ ਵੱਡੇ ਬੋਰਡ ਲੱਗ ਰਹੇ ਆ, ਥੈਂਕ ਯੂ ਇੰਡੀਆ, ਥੈਂਕ ਯੂ ਮੋਦੀ, ਤੂੰ ਕੈਨੇਡਾ ਨੂੰ ਟੀਕੇ ਦੇ ਦਿੱਤੇ, ਤੇ ਆਪ ਦੇ ਟੀਕੇ ਲੱਗੇ, ਤੇ ਇਹ ਇੱਦਾਂ ਹੋ ਗਿਆ। ਐਨੀਵੇ ਸੋ ਲੈਟ ਮੀ ਸੀ। ਕਰੋਨਾ ਦੇ ਕਹਿਰ 'ਚ ਨਵਾਂ ਸੰਕਟ, ਭਾਰਤ ਕੋਲ ਸਿਰਫ 5 ਦਿਨਾਂ ਦਾ ਵੈਕਸੀਨ ਸਟਾਕ ਬਚਿਆ। ਸੋ ਬਾਕੀ ਸਟਾਕ ਤਾਂ ਸਾਰਾ ਕੈਨੇਡਾ ਨੂੰ ਵੇਚਦਾ, ਤੇ 5 ਦਿਨਾਂ ਦਾ ਬਚਿਆ ਹੁਣ। ਤੇ ਦੇਖਦੇ ਆ ਭਾਈ, ਹੁਣ ਕੈਨੇਡਾ ਅਮਰੀਕਾ ਕੋਲੋਂ ਸਿੱਖਦਾ ਕਿ ਇੰਡੀਆ ਅਮਰੀਕਾ ਕੋਲੋਂ ਸਿੱਖਦਾ, ਲੱਗੂ ਪਤਾ ਪੁੱਤ ਹੁਣ। ਸੋ ਅਗਲੀ ਖਬਰ, ਇਹ ਖਬਰ ਮੇਰਾ ਖਿਆਲ ਮੈਂ ਦਿਖਾ ਦਿੱਤੀ ਸੀਗੀ ਕਿ 35 ਡਾਕਟਰ ਆ ਜਿਹੜੇ ਹਿੰਦੁਸਤਾਨ ਦੇ ਵਿੱਚ, ਉਹਨਾਂ ਨੂੰ ਕਰੋਨਾ ਦਾ ਟੀਕਾ ਵੀ ਲੱਗਾ ਹੋਇਆ ਸੀ, ਤੇ ਤਾਂ ਵੀ ਉਹ ਜਿਹੜਾ ਕਰੋਨਾ ਹੋ ਗਿਆ। ਸੋ ਇਹ ਕੀ ਕਾਰਨ ਸੀ, ਅਗਲੀ ਨਿਊਜ਼ ਪੜ੍ਹਦੇ ਉਹਦੇ ਵਿੱਚ ਆਪਾਂ ਨੂੰ ਸ਼ਾਇਦ ਕਾਰਨ ਪਤਾ ਲੱਗ ਜਾਵੇ। ਸੋ ਕਹਿੰਦੇ ਜੀ ਕਰੋਨਾ ਵੈਕਸੀਨ ਦੇ ਨਾਂ 'ਤੇ ਬਜ਼ੁਰਗ ਔਰਤ ਨੂੰ ਲਗਾਇਆ ਕੁੱਤੇ ਦਾ ਟੀਕਾ। ਸੋ ਡਾਕਟਰਾਂ ਨੂੰ ਕੁੱਤੀ ਵਾਲਾ ਲੱਗ ਗਿਆ ਹੋਣਾ, ਫਿਰ ਇਹੀ ਹੋਣਾ, ਹੋਰ ਤਾਂ ਕੀ ਹੈ। ਜੇ ਕਰੋਨਾ ਦਾ ਲੱਗਿਆ ਹੁੰਦਾ ਫਿਰ ਤਾਂ ਕਰੋਨਾ ਨਹੀਂ ਸੀ ਹੋਣਾ। ਸੋ ਔਰਤਾਂ ਨੂੰ ਕਹਿੰਦੇ ਕੁੱਤੇ ਵਾਲਾ ਲੱਗ ਗਿਆ, ਤੇ ਡਾਕਟਰਾਂ ਨੂੰ ਕੁੱਤੀ ਵਾਲਾ ਲੱਗ ਗਿਆ। ਸੋ ਜਿਸ ਦੇਸ਼ ਦੇ ਵਿੱਚ ਕੁੱਤੇ ਵਾਲੇ ਤੇ ਕੁੱਤੀ ਵਾਲੇ ਟੀਕੇ ਲੱਗਦੇ ਹੋਣ ਕਰੋਨਾ ਦੇ ਟੀਕਿਆਂ ਦੇ ਨਾਂ ਥੱਲੇ,
ਉਸ ਦੇਸ਼ ਦੇ ਨਾਲ ਤੁਸੀਂ ਰਹਿ ਕੇ ਭਰਾਵੋ 1 ਕਾਨੂੰਨ ਹਰੇ ਕਰ ਲਓ, 3 ਕਾਨੂੰਨ ਪੀਲੇ ਕਰ ਲਓ, ਚਿੱਟੇ ਕਰ ਲਓ, ਤੇ ਟੀਕੇ ਤਾਂ ਤੁਹਾਨੂੰ ਕੁੱਤਿਆਂ ਦੇ ਕੁੱਤੀਆਂ ਵਾਲੇ ਲੱਗਣੇ ਆ। ਸੋ ਬੈਟਰ ਆਪਣਾ ਦੇਸ਼ ਲਈਏ, ਆਜ਼ਾਦੀ ਵਾਲੇ ਪਾਸੇ ਨੂੰ ਤੁਰੀਏ। ਸੋ ਜੋ ਕੈਨੇਡਾ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਵਧੀਆ ਵੈਕਸੀਨ ਜਿਹੜੀ ਲਾਈ ਜਾ ਰਹੀ ਆ ਔਰ ਲੋਕ ਵਧੀਆ ਜ਼ਿੰਦਗੀ ਜਿਉ ਰਹੇ ਆ, ਘਰੇ ਬੈਠਿਆਂ ਨੂੰ ਪੈਸੇ ਮਿਲ ਰਹੇ ਆ, ਮਿੱਤਰੋ ਇੱਦਾਂ ਦੇ ਹਾਲਾਤ ਹੋਣਗੇ ਡੈਮੋਕ੍ਰੈਟਿਕ ਕੰਟਰੀ। ਸੋ ਅਗਲੀ ਨਿਊਜ਼ ਤੇ ਜਾਂਦੇ ਹਾਂ। ਅਮਰੀਕਾ 'ਚ ਭਾਰਤੀ ਜਥੇਬੰਦੀਆਂ ਦਾ ਕਾਰਾ, ਕਰੋਨਾ ਦੇ ਨਾਂ ਤੇ ਕੀਤੇ ਕਰੋੜਾਂ ਰੁਪਏ ਇਕੱਠੇ। ਸੋ ਇਹ ਇੱਦਾਂ ਦੀਆਂ ਖਬਰਾਂ ਆਪਾਂ ਤੁਹਾਨੂੰ ਕਾਫੀ ਦਿਨਾਂ ਤੋਂ ਮੇਰਾ ਖਿਆਲ ਆ ਦਿਖਾਉਂਦੇ ਆ ਰਹੇ ਹਾਂ ਕਿ ਕੀ ਇਹਨਾਂ ਨੇ ਗੰਦ ਪਾਇਆ ਹੋਇਆ। ਸੋ ਇਹ ਉਹੀ ਆ, ਪ੍ਰਾਊਡਲੀ ਇੰਡੀਅਨ, ਪ੍ਰਾਊਡਲੀ ਭਾਰਤੀ, ਪ੍ਰਾਊਡਲੀ ਹਿੰਦੁਸਤਾਨੀ, ਪ੍ਰਾਊਡਲੀ NRI, CRI, PRI, TRI, ਪਤਾ ਨਹੀਂ ਕਿਹੜੇ ਕਿਹੜੇ ਆਈ ਸਾਲੇ ਗੰਦ ਪਾਇਆ। ਸੋ ਅਮੈਰੀਕਨ ਨੈਵਰ ਫਰਾਡ ਵਿਦ ਅਮੈਰੀਕਾ, ਕੈਨੇਡੀਅਨ ਨੈਵਰ ਫਰਾਡ ਵਿਦ ਕੈਨੇਡਾ, ਕਿਉਂਕਿ ਉਹ ਪਿਆਰ ਕਰਦੇ ਨੇ, ਉਹ ਇਹਨਾਂ ਨੂੰ ਦੇਸ਼ ਮੰਨਦੇ ਨੇ ਆਪਣਾ। ਇਹ ਸਾਲੇ ਜਿਹੜੇ ਵਿਦੇਸ਼ ਕਹਿੰਦੇ ਨੇ ਵਿਦੇਸ਼ੀ, ਸੋ ਇਹ ਕੰਮ ਕਰ ਰਹੇ ਨੇ, ਠੱਗ ਚੋਰ, ਇਹ ਇੱਦਾਂ ਹੀ ਕਰਨਗੇ ਜਿੱਥੇ ਮਰਜ਼ੀ ਹੋਣ। ਸੋ ਇਸ ਤੋਂ ਅਗਲੀ ਖਬਰ, ਅਮਰੀਕਾ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, 7 ਕੰਪਨੀਆਂ ਦੀ ਲਗਾਈ ਪਾਬੰਦੀ। ਸੋ ਭੂਰੇ ਜੇ ਖਾਲਿਸਤਾਨੀ, ਖੱਟੇ ਜੇ ਸਿੱਖ, ਪੀਲੇ ਜੇ ਸਿੱਖ, ਵੱਡੇ ਪੱਤਰਕਾਰ, ਛੋਟੇ ਪੱਤਰਕਾਰ, ਲਾਈਵ ਕਰਨ ਵਾਲੇ ਸੋਸ਼ਲ ਮੀਡੀਆ ਤੇ ਚਾਈਨਾ ਐਂ ਪਾਵਰ ਹੋ ਗਿਆ, ਚਾਈਨਾ ਐਂ ਹੋ ਗਿਆ, ਅਮਰੀਕਾ ਐਂ ਕਰਤਾ, ਅਮਰੀਕਾ ਇਉਂ ਹੋ ਗਿਆ। ਸੋ ਠੋਕਤਾ ਪੁੱਤ ਅਗਲੇ ਨੇ। ਸੋ ਗੱਲ ਇਹ ਨਹੀਂ ਹੁੰਦੀ ਕਿ ਰੇਹੜੀ ਤੇ ਆਂਡੇ ਕਿਹਦੇ ਵਿਕਦੇ ਨੇ ਤੇ ਉਹ ਰੇਹੜੀ ਵਾਲਾ ਅਮੀਰ ਹੋ ਗਿਆ। ਗੱਲ ਇਹ ਹੁੰਦੀ ਆ ਵੀ ਉੱਥੇ ਆਂਡੇ ਆ ਕੇ ਖਾਂਦਾ ਕੌਣ, ਤੇ ਰੇਹੜੀ ਵਾਲਾ ਲਾ ਕੇ ਆਂਡੇ ਬੈਠਾ ਲਵੇ, ਜੇ ਅਗਲੇ ਨੇ ਲਏ ਹੀ ਨਾ ਆਂਡੇ ਤੇ ਠੂਠਾ ਫੜ ਲੂ। ਸੋ ਸਮਾਨ ਬਣਾ ਕੇ ਭੇਜਣਾ, ਵੇਚਣਾ ਕਿਹਨੂੰ, ਇੱਥੇ ਵੇਚ ਲਓ ਜਿਹਨੂੰ ਵੇਚਣਾ। ਭੁੱਖ ਨੰਗ ਆ ਸਾਰੀ। ਚਾਈਨਾ ਆਪ ਖਰੀਦ ਲੂ, ਰਸ਼ੀਆ ਖਰੀਦੂ, ਹਿੰਦੁਸਤਾਨ ਖਰੀਦੂ, ਸ਼੍ਰੀਲੰਕਾ ਖਰੀਦੂ, ਪਾਕਿਸਤਾਨ ਖਰੀਦੂ, ਕੌਣ ਖਰੀਦੂ, ਬੰਗਲਾਦੇਸ਼ ਖਰੀਦੂ। ਸਾਡੇ ਖਾਣ ਨੂੰ ਤੁਹਾਡੇ ਕੋਲੇ ਚਾਵਲ ਨਹੀਂ ਵੇਚਦੇ ਤੁਸੀਂ। ਅਮਰੀਕਾ 'ਚ ਹੁਣ ਲੱਗਣਗੀਆਂ ਪੁੱਤ ਇੱਦਾਂ ਦੀਆਂ ਪਾਬੰਦੀਆਂ। ਤੇ ਆ ਜਿਹੜੇ ਭੂਰੇ ਕਾਰੇ ਜਿਹੜੇ ਚਾਈਨਾ ਕਰਦੇ ਹੁੰਦੇ ਸੀ। ਸੋ ਤੁਹਾਡੇ ਸਾਹਮਣੇ ਉਹ ਲਾਣਾ ਹੈ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਇੱਕ ਕਾਲਾ ਜਿਹੜਾ ਉਹਦੀ ਮੌਤ ਹੋ ਗਈ, ਹਾਲਾਂਕਿ ਪੁਲਿਸ ਅਫਸਰ ਨੂੰ ਫੜ ਕੇ ਅੰਦਰ ਕਰ ਦਿੱਤਾ ਗਿਆ, ਉਹਦਾ ਟ੍ਰਾਇਲ ਚੱਲ ਰਿਹਾ। 3-4 ਪੁਲਿਸ ਵਾਲੇ ਫੜ ਕੇ ਮੋਮਬੱਤੀਆਂ ਤੇ ਪਤਾ ਨਹੀਂ ਕੀ ਕੈਂਡਲਾਂ ਤੇ ਲਾਟਣਾ ਚੱਕ ਕੇ ਗੰਦ ਪਾਇਆ ਹੋਇਆ ਇਹਨਾਂ ਨੇ। ਕੈਨੇਡਾ 'ਚ ਤੁਰੇ ਫਿਰਦੇ ਨੇ, ਐਂ ਹੋ ਗਿਆ ਕਾਲਿਆਂ ਨਾਲ, ਫਲਾਨਾ ਮੈਟਰ, ਧਮਕਾ ਮੈਟਰ। ਉਹ ਤੁਹਾਡੇ 400 ਕਿਸਾਨ ਉੱਥੇ ਮਰ ਗਿਆ, ਕਿਸਾਨ ਇੱਕ ਨੂੰ ਗੋਲੀ ਮਾਰ ਕੇ ਸ਼ਰੇਆਮ ਮਾਰਤਾ, ਤੇ ਤੁਸੀਂ ਬੇਸ਼ਰਮਾਂ ਦੀ ਤਰ੍ਹਾਂ ਹਜੇ ਵੀ ਸਟੈਂਡ ਵਿਦ ਫਾਰਮਰ, ਭੱਜ ਕੇ ਜਾਓ ਉੱਥੇ, ਨਾਲ ਚੱਲੋ, ਕਾਮਰੇਟਾਂ ਦਾ ਖਤਮ ਨਾ ਹੋ ਜੇ, ਕਾਮਰੇਟਾਂ ਦੀ ਡੰਡੀ ਨਾ ਪਸ ਜੇ, ਇਹਨਾਂ ਦੀ ਚੰਡੀ ਨਾ। ਤੁਹਾਡਾ ਯਾਰ ਸਟੈਂਡ ਕੀ ਹੈ? ਤੁਹਾਡੀ ਕੌਮ ਦੇ ਉੱਥੇ ਬੰਦੇ ਮਰ ਜਾਂਦੇ ਤਾਂ ਤੁਸੀਂ ਕਹਿੰਦੇ ਜਾਓ ਉੱਥੇ। ਤੇ ਅਮਰੀਕਾ ਦੇ ਵਿੱਚ ਇੱਕ ਬੰਦਾ ਮਰ ਗਿਆ, ਉੱਥੇ ਫੜੇ ਵੀ ਗਏ ਨੇ ਪੁਲਿਸ ਵਾਲੇ, ਟ੍ਰਾਇਲ ਵੀ ਚੱਲ ਰਿਹਾ, ਤੇ ਤੁਸੀਂ ਸਾਰੇ ਉਹ ਡਰਾਮੇ ਕਰਦੇ ਰਹੇ ਨੇ 2-2, 3-3 ਮਹੀਨੇ। ਇੱਦਾਂ ਦੇ ਲੋਕ ਮਿੱਤਰੋ ਸਾਨੂੰ ਜਿਹੜੇ ਆ ਉਹ ਪਛਾਣਨੇ ਪੈਣੇ ਆ। ਸੋ ਅਗਲੀ ਨਿਊਜ਼ ਜਿਹੜੀ ਹੈ ਇੰਟਰਨੈਸ਼ਨਲ ਨਿਊਜ਼ ਹੈ। ਸੋ ਮੇਰਾ ਖਿਆਲ ਆਈ ਹੋਪ ਕਿ ਬਹੁਤਿਆਂ ਵੀਰਾਂ ਨੇ, ਭਰਾਵਾਂ ਨੇ ਇਸ ਨਿਊਜ਼ ਨੂੰ ਦੇਖਿਆ ਹੋਊਗਾ। ਇਸ ਨਿਊਜ਼ ਨੂੰ ਦੇਖਿਆ ਜਾਂ ਨਹੀਂ ਦੇਖਿਆ, ਪਰ ਇੱਕ ਗੱਲ US ਮੀਡੀਆ ਦੇ ਉੱਪਰ ਤੁਸੀਂ ਕਾਫੀ ਵਾਰ ਸੁਣੀ ਹੋਊਗੀ, ਉਹ ਇੱਥੇ ਸੁਣੀ ਹੋਊਗੀ, ਹੋਰ ਕਿਤੇ ਨਹੀਂ ਸੁਣੀ ਹੋਣੀ। ਸੋ ਬਹੁਤੇ ਲੋਕ ਹੱਸਦੇ ਹੁੰਦੇ ਆ ਉਸ ਗੱਲ ਦੇ ਉੱਪਰ, ਕਿਉਂਕਿ ਵੀ ਸਾਰਾ ਹੀ ਮੀਡੀਆ, ਸਾਰੇ ਵੱਡੇ ਛੋਟੇ ਮੋਟੇ ਉਹ ਚਾਈਨਾ ਕਰੀ ਜਾਂਦੇ ਹੁੰਦੇ ਆ, ਪਾਕਿਸਤਾਨ ਕਰੀ ਜਾਂਦੇ ਹੁੰਦੇ ਆ, ਸਾਨੂੰ ਇੱਥੋਂ ਖਾਲਿਸਤਾਨ ਲੱਭੂ। ਤੇ ਅਸੀਂ ਠੋਕ ਕੇ ਕਹਿੰਦੇ ਹੁੰਦੇ ਭਾਈ ਇਹ ਸਾਰੇ ਚਾਈਨਾ ਹੋਵੇ, ਹਿੰਦੁਸਤਾਨ ਹੋਵੇ, ਪਾਕਿਸਤਾਨ ਹੋਵੇ, ਰਸ਼ੀਆ ਹੋਵੇ, ਸਾਰੇ ਇੱਕੋ ਜਿਹੇ ਭੁੱਖ ਨੰਗ ਹੈ, ਆਪਣੇ ਬੰਦਿਆਂ ਨੂੰ ਕਤਲ ਕਰਨ ਵਾਲੇ ਆ। ਇਹਨਾਂ 'ਚੋਂ ਕੋਈ ਤੁਹਾਡਾ ਖਾਲਿਸਤਾਨ ਕੋਈ ਕੁਛ ਨਹੀਂ ਮਿਲਣ ਵਾਲਾ। ਬੇਵਕੂਫ ਨਾ ਬਣੋ ਤੇ ਨਾ ਬਣਾਓ। ਇਹ ਖੁਦ ਆਪਣੇ ਲੋਕਾਂ ਨੂੰ ਅਧਿਕਾਰ ਨਹੀਂ ਦੇਣ ਵਾਲੇ, ਸਾਰੇ ਯਾਰ ਇੱਕ ਦੂਜੇ ਦੇ। ਇਹ ਹਿੰਦੀ ਚੀਨੀ ਭਾਈ ਹੈ, ਅਸੀਂ ਠੋਕ ਕੇ ਕਹਿੰਦੇ ਹੁੰਦੇ ਹਾਂ। ਔਰ ਇਹ ਠੋਕ ਕੇ ਗੱਲ ਕਹਿੰਦੇ ਵੀ ਜਿੱਦੇ ਛਿੱਤਰ ਫੇਰਿਆ ਹਿੰਦੁਸਤਾਨ ਦੇ ਅਮਰੀਕਾ ਫੇਰੂਗਾ ਨਾ ਜੀ। ਮੋਦੀ ਤੇ ਟਰੰਪ ਭਾਈ, ਇਹ ਹਿੰਦੁਸਤਾਨ ਤੇ ਇੰਡੀਆ ਇੱਕ ਹੋ ਗਏ, ਇਹ ਮਿੱਕ ਹੋ ਗਏ। ਆਹ ਠੋਕਤਾ ਅਗਲੇ ਨੇ। ਇਹ 7th ਫਲੀਟ ਹੈ ਅਮਰੀਕਾ ਦਾ ਬੇੜਾ, ਹਿੰਦੁਸਤਾਨ ਦੇ ਪਾਣੀਆਂ ਦੇ ਵਿੱਚ ਬਿਨਾਂ ਪੁੱਛਿਆਂ ਵਾੜਿਆ, ਤੇ ਅਗਲੇ ਸਾੜੀਆਂ ਚੱਕ ਕੇ ਭੱਜੇ ਫਿਰਦੇ ਨੇ, ਉੱਥੇ ਸਾੜੀਆਂ ਚੱਕ ਕੇ ਭੱਜੇ ਫਿਰਦੇ ਨੇ। ਸੋ ਵਾੜ ਕੇ ਦਿਖਾਓ ਇੱਦਾਂ ਕਿਸੇ ਦੇ ਪਾਣੀ ਦੇ ਵਿੱਚ, ਇੱਕ ਕਿਸ਼ਤੀ ਵੀ ਵਾੜ ਕੇ ਦਿਖਾਓ, ਇੱਕ ਕਿਸ਼ਤੀ ਆਹ ਵਾੜਿਆ ਅਗਲਿਆਂ ਨੇ। ਸੋ ਵੇਖਦੇ ਜਾਓ, ਇਹ ਮਾਹੌਲ ਤੁਹਾਡੇ ਗੁਰੂ ਨੇ ਤਿਆਰ ਕਰਨਾ, ਹਾਲਾਤ ਤੁਹਾਡੇ ਗੁਰੂ ਨੇ ਬਣਾਉਣੇ ਆ। ਜਿਸ ਸਟੇਟ ਨੇ, ਜਿਸ ਹਿੰਦੁਸਤਾਨ ਨੇ ਅਕਾਲ ਤਖਤ ਦੇ ਉੱਪਰ ਟੈਂਕ ਚਾੜੇ ਨੇ, ਸਾਡੇ ਹਰਮੰਦਰ ਦੇ ਵਿੱਚ
ਬਣਿਆ ਹੋਇਆ ਸਰੋਵਰ ਲਾਲ ਰੰਗ ਦਾ ਕਰ ਦਿੱਤਾ ਸਾਡੇ ਖੂਨ ਨਾਲ। ਸਾਡੇ 20-20 ਦਿਨ ਦੇ ਬੱਚਿਆਂ ਦੇ ਗੋਲੀਆਂ ਮਾਰੀਆਂ ਗਈਆਂ। ਇੱਥੇ ਕੇਜਰੀਵਾਲ ਛੇਜਰੀਵਾਲ ਤਾਂ ਕੀ, ਇਹ ਹਿੰਦੁਸਤਾਨ ਦੇ ਨਾਲ ਉਹ ਕੁਛ ਹੀ ਹੋਣਾ ਜੋ ਬਾਕੀ ਜਿਨ੍ਹਾਂ ਨੇ ਸਾਡੇ ਧਰਮ ਦੇ ਉੱਪਰ ਇਸ ਤਰ੍ਹਾਂ ਦੇ ਅਤਿਆਚਾਰ ਕੀਤੇ, ਜਿਸ ਢੰਗ ਦੇ ਨਾਲ ਉਹ ਰਾਜ ਦੁਨੀਆ ਤੋਂ ਚਲੇ ਗਏ ਨੇ, ਖਤਮ ਹੋ ਗਏ ਨੇ, ਇਸ ਟਾਈਪ ਦੇ ਹਾਲਾਤ ਬਣਦੇ ਜਾ ਰਹੇ ਨੇ। ਸੋ ਇਹ ਤੁਹਾਡੇ ਸਾਹਮਣੇ ਨਿਊਜ਼ ਹੈ। ਅਗਲੀ ਨਿਊਜ਼ ਵੀ ਦੇਖ ਲਓ, ਉਹ ਵੀ ਸੇਮ ਹੀ ਹੈ। ਹੁਣ ਭਾਰਤ ਦਾ ਅਮਰੀਕਾ ਨਾਲ ਪੰਗਾ, ਸਪੈਸ਼ਲ ਇਕਨੋਮਿਕ ਜ਼ੋਨ 'ਚ ਦਾਖਲ ਹੋਈ ਅਮਰੀਕੀ ਫੌਜ, ਲਕਸ਼ਦੀਪ ਕੋਲ ਬਿਨਾਂ ਇਜਾਜ਼ਤ ਕੀਤਾ ਜੰਗੀ ਅਭਿਆਸ। ਸੋ ਇਜਾਜ਼ਤ ਇਜੂਜ਼ਤ ਨਹੀਂ ਲੈਂਦੇ ਹੁੰਦੇ ਜਿਨ੍ਹਾਂ ਦਾ ਜੁੱਤੀ ਤੇ ਛਿੱਤਰ ਚੰਗਾ ਹੋਵੇ। ਇਹ ਇਜਾਜ਼ਤਾਂ ਉਹ ਲੈਂਦੇ ਹੁੰਦੇ ਨੇ ਜਿਹੜੇ ਡਰਪੋਕ ਕਿਸਮ ਦੇ, ਜਿਹੜੇ ਗੁਲਾਮ ਅਵਸਥਾ ਦੇ, ਗੁਲਾਮ ਸੋਚ ਵਾਲੇ ਲੋਕ। ਬਾਦਲ ਕਰੀ ਜਾਓ, ਕੈਪਟਨ ਲੈ ਆਓ, ਇੱਥੇ ਟੰਗਰੀ ਵਾਲਾ ਲੈ ਆਓ, ਇੱਥੇ ਡੰਗਰੀ ਵਾਲਾ ਲੈ ਆਓ, 3 ਕਾਨੂੰਨ ਹਰੇ ਕਰ ਲਓ, 1 ਕਾਨੂੰਨ ਪੀਲਾ ਕਰ ਲਓ। ਇੱਦਾਂ ਦੇ ਕੋਡੇ ਹੋਏ ਇਜਾਜ਼ਤ ਲੈਂਦੇ ਨੇ, ਜਿਨ੍ਹਾਂ ਕੋਲ ਜੁੱਤੀ ਹੁੰਦੀ ਹੈ ਇਜਾਜ਼ਤ ਨਹੀਂ ਮੰਨਦੇ। ਠੋਕ ਦਿੱਤਾ ਅਗਲੇ ਨੇ, ਅੰਦਰ ਵਾੜ ਦਿੱਤਾ। ਸੋ ਇਜਾਜ਼ਤ ਮੰਗਣ ਕੀ ਤੋਂ, ਲੈਣੀ ਕੀ ਤੋਂ ਹੈ? ਇਹ ਤਾਂ ਹੈ ਹੀ ਭੁੱਖ ਨੰਗ। ਸੋ ਆਹ ਹਿੰਦੁਸਤਾਨ ਦਾ ਜਿਹੜਾ ਹਾਲਾਤ ਹੈ, ਉਸ ਸਟੇਟ ਦਾ, ਫੇਅਰ ਸਟੇਟ ਦਾ, ਜਿਹੜੇ ਤੁਹਾਨੂੰ ਵਾਰ-ਵਾਰ ਦੱਸਦੇ ਆ ਰਹੇ ਹਾਂ ਕਿ ਹਾਲਾਤ ਕੀ ਬਣਦੇ ਜਾ ਰਹੇ ਨੇ। ਇਹ ਤੁਸੀਂ ਸੋਚੋ ਕਿ ਜਿਹੜੇ ਖੁਦ ਵਿਕ ਚੁੱਕੇ ਨੇ ਉਹਨਾਂ ਦੇ ਨਾਲ ਰਹਿਣਾ, ਕਿ ਆਪਦਾ ਰਾਜ ਜਿਹੜਾ ਤੁਹਾਡਾ ਹੁੰਦਾ ਸੀ, ਲੈਣਾ ਨਹੀਂ ਹੈ ਕਿਸੇ ਤੋਂ, ਕਿਸੇ ਨੂੰ ਤੋੜਨਾ ਨਹੀਂ। ਉਹ ਜੀ ਸਦਕੇ ਆਪਣਾ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਕਹਿਣ, ਉਹ ਇੰਡੀਆ ਕਹਿਣ। ਸਾਡੇ ਵਾਲੇ ਕਈ ਐਵੇਂ ਹੀ ਜਿੱਦੀ ਜਾਣਗੇ, ਇਹ ਭਾਰਤ ਹੈ ਜੀ, ਇਹ ਹਿੰਦੁਸਤਾਨ ਤਾਂ ਲਿਖਿਆ ਕਿਤੇ ਨਹੀਂ, ਇਹਨੂੰ ਹਿੰਦੂ ਰਾਸ਼ਟਰ। ਉਹ ਜੋ ਮਰਜ਼ੀ ਕਹਿਣ, ਉਹਨਾਂ ਦਾ ਰਾਜ ਹੈ ਭਾਈ, ਉਹ ਜੋ ਮਰਜ਼ੀ ਕਰਨ। ਉਹ ਉੱਥੇ ਗੋਹਾ ਵੇਚਣ, ਉੱਥੇ ਮੂਤ ਵੇਚਣ, ਇਹ ਤੁਹਾਡਾ ਮਸਲਾ ਨਹੀਂ ਹੈ। ਤੁਸੀਂ ਆਪਣੇ ਰਾਜ ਦੀ ਗੱਲ ਕਰੋ। ਸੋ ਤੁਹਾਡੇ ਸਾਹਮਣੇ ਆ ਖਬਰਾਂ ਜਿਹੜੀਆਂ ਦੱਸ ਰਹੀਆਂ, ਡਾਲਰ ਯੂਰੋ ਪਾਉਂਡ ਦੇ ਮੁਕਾਬਲੇ ਰੁਪਈਏ 'ਚ ਤੇਜ਼ ਗਿਰਾਵਟ। ਸੋ ਥੱਲੇ ਨੂੰ ਜਾ ਰਿਹਾ, ਥੱਲੇ ਨੂੰ, ਬਿਲਕੁਲ ਥੱਲੇ ਨੂੰ ਜਾ ਰਿਹਾ। ਅੱਜ 70 ਬਾਪੂ ਗਾਂਧੀ ਅਗਰ ਡਾਲਰ ਦੇ ਮਿਲਦੇ ਨੇ ਤੇ ਬਹੁਤ ਜਲਦ ਆ ਯਾਰ ਕਿਹੜੇ ਆ, ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਆ ਵਾਰ-ਵਾਰ ਹੈ। ਬਾਬਾ ਮੇਰੇ ਕੰਮ ਦੀ ਹੁਣ ਕੋਈ ਨਹੀਂ, ਬਾਅਦ 'ਚ। ਅੱਛਾ, ਸੋ ਬਹੁਤ ਜਲਦੀ USMI ਦੇ ਐਨਲਿਸਟ ਵੀ ਸਾਡੇ ਨਾਲ ਹੋਣਗੇ। ਟਾਈਮ ਕਾਫੀ ਹੋ ਗਿਆ, ਪਰ ਮੈਂ ਵੀ ਬੜੀ ਸਪੀਡ ਦੇ ਉੱਪਰ ਖਬਰਾਂ ਪੜ੍ਹੀਆਂ, ਅੱਜ ਕੰਮ ਨਿਬੇੜਿਆ। ਪਰ ਆਈ ਹੋਪ ਕਿ ਜਿੰਨੇ ਕੁ ਟੌਪਿਕ 'ਤੇ ਮੈਂ ਗੱਲ ਕੀਤੀ ਹੈ ਤੁਸੀਂ ਸਮਝੇ ਵੀ ਹੋਵੋਗੇ, ਤੁਹਾਡੇ ਦਿਲ ਨੂੰ ਵੀ ਲੱਗੀ ਹੋਊਗੀ ਤੇ ਤੁਹਾਨੂੰ ਚੰਗਾ ਵੀ ਲੱਗਿਆ ਹੋਊਗਾ ਔਰ ਅਕਲ ਵੀ ਆਈ ਹੋਊਗੀ, ਮੈਨੂੰ ਪੂਰੀ ਉਮੀਦ ਹੈ। ਹਾਲ-ਚਾਲ ਹੈ ਜੋ ਹਸਪੀਟਲ ਐਡਮਿਟ ਹੋਇਆ। ਸੋ ਇਹ ਪੁਤਨ ਸਾਹਿਬ ਨੇ, ਉਹਨਾਂ ਦੇ ਲੀਡਰ। ਸੋ ਇਹਨਾਂ ਨੂੰ ਬਹੁਤ ਚਾਈਨਾ ਔਰ ਇਹ ਰਸ਼ੀਆ ਔਰ ਸਭ ਗੰਦ ਮੰਦ, ਉਹਨਾਂ ਨੂੰ ਕਈ ਵਾਰੀ ਕੈਨੇਡਾ ਅਮਰੀਕਾ 'ਚ ਬੈਠਿਆਂ ਨੂੰ ਵੀ ਐਂ ਲੱਗਦਾ ਹੁੰਦਾ ਜਿਵੇਂ ਫੁੱਫੜ ਆ ਗਿਆ। ਸੋ ਇਹ ਕਹਿੰਦਾ ਜੀ ਵੋਟਾਂ ਦਾ ਮਤਲਬ ਹੀ ਕੋਈ ਨਹੀਂ, ਵੋਟਾਂ ਨਹੀਂ ਮੈਂ ਪੈਣ ਦੇਣੀਆਂ 2036 ਤੱਕ। ਪਰ ਫਿਕਰ ਵਾਲੀ ਗੱਲ ਨਹੀਂ ਹੈ। ਸੋ ਵੈਸੇ ਤਾਂ ਮੋਦੀ ਨੇ ਵੀ ਇਹੀ ਕਰਨਾ। ਮੋਦੀ ਕਹਿੰਦਾ ਵੀ ਮੈਂ ਇੱਥੇ ਪ੍ਰਧਾਨ ਮੰਤਰੀ ਨਹੀਂ ਹੁਣ ਬਦਲ ਦੇਣਾ ਹਿੰਦੁਸਤਾਨ 'ਚ, ਤੇ ਐਟ ਦਾ ਐਂਡ ਕਹਿੰਦਾ ਜੁੱਤੀ ਵਾਹੁਣੀ ਪਵੇ ਤੇ ਚਾਹੇ ਚੱਪਲ ਵਾਹੁਣੀ ਪਵੇ, ਤੇ ਵੋਟਾਂ ਵਾਟਾਂ ਕਹਿੰਦਾ ਫਿਰ ਮੈਂ ਬੰਦ ਕਰੂੰਗਾ ਜੇ ਇਸ ਤਰ੍ਹਾਂ ਦਾ ਹਾਲਾਤ ਹੋਏ ਕਿ ਮੋਦੀ ਨੂੰ ਬਦਲ ਦੇਂਗੇ, ਕੋਈ ਪੱਪੂ ਆ ਜੂ ਜਾਂ ਸੱਪੂ ਆ ਜੂ। ਸੋ ਵੈਸੇ ਆਪਾਂ ਨੂੰ ਡਰਨ ਦੀ ਗੱਲ ਨਹੀਂ ਹੈ। ਉਹ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਰਹਿਣਾ ਮੋਦੀ ਨੇ, 35 ਸਾਲ ਬਣਿਆ ਰਹੇ, 40 ਸਾਲ ਬਣਿਆ ਰਹੇ। ਸੋ ਆਪਾਂ ਜਿਹੜੀਆਂ ਵੋਟਾਂ ਬਣਾ ਰਹੇ ਹਾਂ ਉਹ UNO ਦੇ ਲਾਅ ਮੁਤਾਬਕ ਹੈ, ਰੈਫਰੈਂਡਮ ਦੀਆਂ ਵੋਟਾਂ। ਸੋ ਹਿੰਦੁਸਤਾਨ ਦੇ ਸੰਵਿਧਾਨ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚੋਂ ਉੱਥੇ ਪੁਤਨ ਪੈਦਾ ਹੋਊਗਾ। ਮੋਦੀ ਸਾਹਿਬ ਜਿਸ ਤਰ੍ਹਾਂ ਪੁਤਨ ਕਹਿੰਦਾ ਵੀ 2036 ਤੱਕ ਮੈਂ ਹੀ ਬਣੂਗਾ, ਇੱਥੇ ਕੋਈ ਹੋਰ ਨਹੀਂ ਅਸੀਂ ਹਿੱਲਣ ਦੇਣਾ, ਚਾਹੇ ਕੋਈ ਕਾਮਰੇਡ ਹੀ ਕਿਉਂ ਨਾ ਹੋਵੇ। ਸੋ ਇਹ ਕਾਮਰੇਡਾਂ ਦੀ ਵਿਚਾਰਧਾਰਾ ਹੈ। ਸੋ ਜਿਹੜੇ ਸਾਡੇ ਭਰਾ ਕਾਮਰੇਡਾਂ ਨੂੰ ਲੀਡਰ ਬਣਾਈ ਫਿਰਦੇ ਆ ਵੀ ਇਹ ਡੈਮੋਕ੍ਰੇਸੀ ਦੇਣਗੇ, ਪੰਜਾਬ ਦਾ ਰਾਜ ਇਹਨਾਂ ਨੂੰ ਦੇ ਦਈਏ, ਦੂਜਾ ਕਰ ਦਈਏ। ਸੋ ਆਹ ਹਾਲਾਤ ਬਣਨੇ, ਉਹਨਾਂ ਦੇ ਛਿੱਤਰ ਤੁਹਾਡੇ ਫੇਰਨਾ, ਪੁਤਨ ਬਣਨਾ। ਇਹ ਇੱਕੋ ਹੀ ਵਿਚਾਰਧਾਰਾ ਉਹਨਾਂ ਕਾਮਰੇਡਾਂ ਦੀ ਤੇ ਇਸ ਦੀ। ਸੋ ਇਹ ਕਹਿੰਦਾ ਵੀ ਨੋ ਡੈਮੋਕ੍ਰੇਸੀ, ਕੋਈ ਕੁਛ ਨਹੀਂ ਹੈ। ਸੋ ਇਹ ਹੁੰਦੀ ਹੈ ਕਾਮਰੇਡਾਂ ਦੀ ਗੱਲਬਾਤ। ਇਸ ਤੋਂ ਅੱਗੇ ਹਾਂਜੀ ਅਮਰੀਕਾ ਦੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਸੋ ਜਦੋਂ ਚਾਈਨਾ ਔਰ ਰਸ਼ੀਆ ਦੀ ਗੱਲ ਹੁੰਦੀ ਹੈ, ਸੋ ਅਮਰੀਕਾ ਦੀ ਗੱਲ ਮੇਰੇ ਸਾਹਮਣੇ ਆਪਣੇ ਆਪ ਆ ਜਾਂਦੀ ਹੈ। ਸੋ ਅਮਰੀਕਾ ਨੇ, ਫੌਜ ਨੇ ਵਿਖਾਈਆਂ ਅੱਖਾਂ ਭਾਰਤ ਨੂੰ, ਅੱਖਾਂ ਕਹਿੰਦਾ ਜੀ ਭਾਰਤੀ ਖੇਤਰ 'ਚੋਂ ਲੰਘਦੀਆਂ ਰਹਿਣਗੀਆਂ ਫੌਜਾਂ। ਸੋ ਅਮਰੀਕਾ ਦਾ ਤੁਹਾਨੂੰ ਪਤਾ ਹੈ ਕਿ 7th ਫਲੀਟ ਜਿਹੜਾ ਬੇੜਾ ਉਹ ਹਿੰਦੁਸਤਾਨ ਦੇ ਉਸ ਪਾਣੀ ਦੇ ਵਿੱਚ ਪਹੁੰਚ ਗਿਆ। ਉੱਥੇ ਬੈਠਕਾਂ ਬੂਠਕਾਂ ਮਾਰ ਰਹੇ ਨੇ, ਯੋਗਾ ਨਹੀਂ ਕਰ ਰਹੇ, ਉਹ ਆਪਣੀ ਐਕਸਰਸਾਈਜ਼ ਕਰ ਰਹੇ ਨੇ। ਸੋ ਪਰ ਮੈਂ ਦੇਖ ਰਿਹਾ ਹੈ ਕਿ ਪਾਕਿਸਤਾਨ ਦਾ ਕਬੂਤਰ ਵੀ ਹਿੰਦੁਸਤਾਨ ਦੇ ਵਿੱਚ ਆ ਜਾਂਦਾ ਹੈ, ਤੇ ਹਿੰਦੁਸਤਾਨ ਦੇ ਬਿਆਨ ਹੁੰਦੇ ਨੇ, ਘੂਸ ਕਰ ਮਾਰੇਂਗੇ,
ये कर देंगे, अंदर आ जाएंगे, काट देंगे, वाड़ देंगे, ਕਬੂਤਰ ਆ ਜਾਵੇ ਤੇ ਅਮਰੀਕਾ ਦਾ ਜਿਹੜਾ ਸਮੁੰਦਰੀ ਬੇੜਾ ਵੱਡਾ ਫਲੀਟ ਉਹ ਹਿੰਦੁਸਤਾਨ ਦੇ ਪਾਣੀ ਦੇ ਅੰਦਰ ਆ ਗਿਆ ਤੇ ਉਹ ਕੂਟ ਦੇਂਗੇ, ਵਾੜ ਦੇਂਗੇ। ਕੋਈ ਵੀ ਬਿਆਨ ਨਹੀਂ ਆ ਰਿਹਾ, ਨਾ ਭਾਰਤ ਵੱਲੋਂ, ਨਾ ਉਹਨਾਂ ਦੇ ਕਿਸੇ ਮਿਨਿਸਟਰ ਵੱਲੋਂ, ਨਾ ਕੋਈ ਹੋਰ ਕੁੱਤੀਆਂ ਕਤੀਰੀਆਂ ਜੀਆਂ ਕੋਈ साइकिल चोर बड़ा बोलता होंगे बैठ के टीवी के ऊपर, हम पाकिस्तान को ये सबक सिखाएंगे, उनका कबूतर आ गया, हम बाढ़ देंगे, हम काट देंगे। सो कोई बयान नहीं आ रहा। तो ना ਜਿਹੜੇ ਹੋਰ ਕੇਸਾਧਾਰੀ ਹਿੰਦੂ ਤੇ ਦੂਜੇ ਤੀਜੇ ਪਾਕਿਸਤਾਨ ਦੀ ਐਮਬੈਸੀ ਦੇ ਮੂਹਰੇ ਜਾ ਕੇ ਲੱਗੇ ਹੁੰਦੇ ਆ ਫੱਟੇ ਜੇ ਚੱਕ ਕੇ ਕਿ ਪਾਕਿਸਤਾਨ ਦਾ ਕਬੂਤਰ ਕਿਉਂ ਸਾਡੇ ਭਾਰਤ ਮਾਤਾ 'ਚ ਆ ਗਿਆ। ਹੁਣ ਅਮਰੀਕਾ ਦੀ ਐਮਬੈਸੀ ਮੂਹਰੇ ਉਹ ਵੀ ਜਾਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਹੁਣ ਪਤਾ ਨਹੀਂ ਕੀ ਗੱਲ ਆ ਬਾਈ। ਸੋ ਗੱਲ ਕੋਈ ਵੀ ਹੋਵੇ, ਆਪਾਂ ਥੋੜਾ ਜਿਹਾ ਦਿਮਾਗ ਚਲਾਈਏ, ਆਪਾਂ ਨੂੰ ਅਕਲ, ਮੈਂ ਕਹਿੰਦਾ ਹੁੰਦਾ ਕਿ ਦੁਸ਼ਮਣ ਤੋਂ ਵੀ ਸਿੱਖ ਲਈਏ। ਜੇ ਕੋਈ ਚੰਗੀ ਗੱਲ ਹੋਵੇ ਦੁਸ਼ਮਣ ਦੀ ਵੀ ਸਿੱਖੀਏ ਮਿੱਤਰੋ। ਸੋ ਵੈਸੇ ਤਾਂ ਆਪਾਂ ਇੱਦਾਂ ਦੇ ਗਾਣੇ ਬਹੁਤ ਲਾਉਣੇ ਹੁੰਦੇ ਆ, ਦੁਸ਼ਮਣ ਦੀ ਨਾ ਪੱਗ ਲਾਈਏ, ਦੁਸ਼ਮਣ ਦੀ ਨਾ ਟੋਪੀ ਲਾਈਏ, ਪਰ ਮੈਂ ਤੁਹਾਨੂੰ ਕਹਿ ਰਿਹਾ ਵੀ ਦੁਸ਼ਮਣ ਦੀ ਚੰਗੀ ਗੱਲ ਜ਼ਰੂਰ ਸਿੱਖ ਲਓ। ਸੋ ਜੁੱਤੀ ਜਿਹੜੀ ਹੁੰਦੀ ਹੈ ਉਹਦੇ 'ਚ ਪਾਵਰ ਬੜੀ ਹੁੰਦੀ ਹੈ। ਸੋ ਪਾਵਰ ਵਾਲੇ ਪਾਸੇ ਨੂੰ ਚੱਲੀਏ ਆਪਾਂ। ਸੋ ਜਿਨ੍ਹਾਂ ਕੋਲੇ ਪਾਵਰ ਆ ਉਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣਗੀਆਂ। ਪਰ ਸਾਡੇ ਅੰਦਰ ਇੱਕ ਇਸ ਤਰ੍ਹਾਂ ਦਾ ਵਰਗ ਹੈ। ਸੋ ਆਮ ਨਾਟ ਟਾਕਿੰਗ ਅਬਾਊਟ ਕਾਮਰੇਡ ਲਾਣਾ ਔਰ ਦੂਸਰਾ ਤੀਸਰਾ, ਪਰ ਸਾਡਾ ਆਪਣਾ ਹੀ ਇੱਕ ਵਰਗ ਹੈ ਜਿਹੜਾ ਕਹਿੰਦਾ ਵੀ ਅਸੀਂ ਸਿੱਖ ਵੀ ਹੈ, ਸਾਡੇ ਮੋਢਿਆਂ 'ਤੇ ਅੱਧਾ ਸਾਡੀ ਕੌਮ ਟਿਕੀ ਹੋਈ ਹੈ। ਬਾਦਲਾਂ ਨੇ ਐਂ ਕਰਤਾ, ਅਸੀਂ ਬਾਦਲਾਂ ਦਾ ਸੱਤਿਆਨਾਸ਼ ਕਰ ਦਿਆਂਗੇ, ਅਸੀਂ ਬਾਦਲਾਂ ਦੇ ਬਹੁਤ ਵੈਰੀ ਹਾਂ। ਪਰ ਉਹ ਉਹੀ ਬੋਲੀ ਕਈ ਵਾਰੀ ਬੋਲ ਜਾਂਦੇ ਆ ਜਿਹੜੀ ਕਿ ਕਾਮਰੇਡ ਬੋਲਣਾ ਚਾਹੁੰਦੇ ਆ। ਜੋ ਕਾਮਰੇਡ ਔਰ ਹਿੰਦੁਸਤਾਨੀ ਮੀਡੀਆ ਸਾਡੀ ਕੌਮ ਦੇ ਦਿਮਾਗ ਵਿੱਚ ਇਹ ਕੁਛ ਪਾਉਣਾ ਚਾਹੁੰਦਾ ਹੈ ਕਿ ਕਿਤੇ ਅਸਲੀ ਪਾਸੇ ਨਾ ਚੱਲ ਜਾਣੇ, ਸਹੀ ਪਾਸੇ ਨਾ ਚੱਲ ਜਾਣ, ਇਹਨਾਂ ਨੂੰ ਭਾਰਤ ਦਾ ਵੀ ਹੇਜ ਬਣਿਆ ਰਵੇ, ਇਹਨਾਂ ਨੂੰ ਚਾਈਨਾ, ਰਸ਼ੀਆ, ਇਹ ਪਾਕਿਸਤਾਨ, ਇਹੋ ਜਿਹਾ ਗੰਦ ਇਹਨਾਂ ਦੇ ਦਿਮਾਗ 'ਚ ਪਾਈ ਰੱਖੋ। ਅਤੇ ਪਾਉਣ ਦੇ ਲਈ ਉਹਨਾਂ ਨੂੰ ਐਂਟੀ ਅਮਰੀਕਾ ਸੋਚ ਜਿਹੜੀ ਹੈ ਉਹ ਪਾਉਣੀ ਪੈਂਦੀ ਹੈ। ਸੋ ਪਾਉਂਦੇ ਰਹਿੰਦੇ ਨੇ। ਲਾਸਟ ਟਾਈਮ ਪ੍ਰੈਜ਼ੀਡੈਂਟ ਟਰੰਪ ਦੇ ਇਲੈਕਸ਼ਨ ਦੇ ਟਾਈਮ ਅਸੀਂ ਦੇਖਿਆ ਕਿ ਕਿਹੜੀ ਕਿਹੜੀ ਘੁੱਗੀ ਚਿੜੀ ਕਾਂ ਜਿਹੜਾ ਉਹ ਕੀ ਬਕਵਾਸ ਕਰਦਾ ਸੀ। ਬਟ ਹੁਣ ਤੁਹਾਨੂੰ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਮਿਸ ਤਾਂ ਨਹੀਂ ਕਰਦੇ ਪ੍ਰੈਜ਼ੀਡੈਂਟ ਟਰੰਪ ਨੂੰ? The forgotten men and women of our country will be forgotten no longer. You came by the tens of millions to become part of a historic movement, the likes of which the world has never seen before. At the center of this movement is a crucial conviction that a nation exists to serve its citizens. Americans want great schools for their children, safe neighborhoods for their families, and good jobs for themselves. One by one, the factories shuttered and left our shores, with not even a thought about the millions and millions of American workers that were left behind. The wealth of our middle class has been ripped from their homes and then redistributed all across the world. This is with regard to the construction of the Keystone Pipeline. We'll see if we can get that pipeline built. A lot of jobs, 28,000 jobs. Great construction jobs. Since my election, we have created 7 million new jobs, 5 million more than government experts projected during the previous administration. The job surge that we're seeing right now is widespread. Leisure and hospitality added 1.2 million jobs. Construction jobs are up, listen to this, 464,000. Education and health services rose 424,000. Retail trade is up 368,000. And here's the one I like the best. Remember, previous administration, that you need a magic wand for manufacturing. Manufacturing, which we had up to 600,000 jobs prior to the plague, manufacturing rose to 225,000. We also unlocked our energy resources and became the world's #1 producer of oil and natural gas by far. Treat the word impossible as nothing more than motivation. Relish the opportunity to be an outsider. Embrace that label, because it's the outsiders who change the world and who make a real and lasting difference. Never stop fighting for what you believe in and for the people who care about you.
Carry yourself with dignity and pride. Demand the best from yourself and be totally unafraid to challenge entrenched interests and failed power structures. I want you to know that the movement we started is only just beginning. There's never been anything like it. The belief that a nation must serve its citizens will not dwindle, but instead only grow stronger by the day. As long as the American people hold in their hearts deep and devoted love of country, then there is nothing that this nation cannot achieve. ਇੰਡੀਆ 'ਚ ਕਰੋਨਾ ਬੇਕਾਬੂ, ਇੱਕ ਦਿਨ 'ਚ 1,45,000 ਤੋਂ ਵੱਧ ਕੇਸ। ਸੋ ਮੈਨੂੰ ਤਾਂ ਲੱਗਦਾ ਇੰਡੀਆ 'ਚ ਕਾਬੂ ਆ। ਜਦੋਂ ਕੈਪਟਨ ਕਹਿੰਦਾ ਕਰੋਨਾ ਆ ਜਾਂਦਾ, ਜਦੋਂ ਕੈਪਟਨ ਕਹਿੰਦਾ ਕਰੋਨਾ ਉੱਠ ਜਾਂਦਾ। ਸੋ ਇਸ ਤਰ੍ਹਾਂ ਦਾ ਕਰੋਨਾ ਤਾਂ ਕਿਤੇ ਮੈਂ ਕਾਬੂ ਹੋਇਆ ਦੇਖਿਆ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ। ਚਲੋ ਅਗਲੀ ਨਿਊਜ਼ 'ਤੇ ਚੱਲਦੇ ਹਾਂ ਬਾਈ ਜੀ। ਹਾਂਜੀ, ਕੈਨੇਡਾ 'ਚ ਦਿੱਲੀ ਤੋਂ ਜਾਂਦੀਆਂ ਉਡਾਣਾਂ 'ਤੇ ਪਾਬੰਦੀ ਦੀ ਤਿਆਰੀ, ਤਾਜ਼ਾ ਰਿਪੋਰਟ 'ਤੇ ਉਡਾਏ ਹੋਸ਼। ਸੋ ਤਾਜ਼ਾ ਰਿਪੋਰਟ ਜਿਹੜੀ ਹੈ ਇਹ ਹੁਣ ਪਤਾ ਲੱਗੀ ਹੋਣੀ ਹੈ, ਕਿਉਂਕਿ ਜੇ ਅਸੀਂ ਕੋਸ਼ਿਸ਼ ਹੀ ਨਾ ਕਰਾਂਗੇ ਇਹ ਤਾਂ ਰਿਪੋਰਟ ਜਿਹੜੀ ਆ ਉਹ ਕਿੰਨੀ ਵੀ ਪੁਰਾਣੀ ਹੋ ਜਾਵੇ ਉਹ ਤਾਜ਼ਾ ਹੀ ਰਹਿੰਦੀ ਹੈ। ਸੋ ਅਸੀਂ ਤਾਂ ਬਹੁਤ ਟਾਈਮ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਭਾਈ ਬਾਰਡਰ ਤੁਸੀਂ ਅਮਰੀਕਾ ਦਾ ਬੰਦ ਕੀਤਾ ਹੋਇਆ ਅਤੇ ਗੰਦ ਹਿੰਦੁਸਤਾਨ 'ਚੋਂ ਆ ਰਿਹਾ, ਉੱਥੋਂ ਫਲਾਈਟਾਂ ਭਰ ਕੇ, ਔਰ ਜੇ ਤੁਸੀਂ ਉਹਨਾਂ ਨੂੰ ਕੋਵਿਡ ਦੇ ਟੈਸਟ ਵੀ ਕਹੋਗੇ ਅਤੇ 200 ਰੁਪਈਏ 'ਚ ਉੱਥੇ ਨੈਗੇਟਿਵ ਪੋਜ਼ਿਟਿਵ ਹੋ ਜਾਂਦਾ, ਪੋਜ਼ਿਟਿਵ ਨੈਗੇਟਿਵ ਹੋ ਜਾਂਦਾ। ਸੋ ਕਿਹਨੂੰ ਨਹੀਂ ਪਤਾ ਕਿ ਹਿੰਦੁਸਤਾਨ ਦੇ ਵਿੱਚ ਕਿਸ ਤਰ੍ਹਾਂ ਪੈਸੇ ਦੇ ਨਾਲ ਸਰਟੀਫਿਕੇਟ ਬਣਦੇ ਨੇ, ਪੈਸੇ ਦੇ ਨਾਲ ਸਾਰਾ ਕੁਝ ਵਿਕਦਾ ਹੈ, ਪੈਸੇ ਦੇ ਨਾਲ ਸਾਰਾ ਕੁਝ ਮਿਲਦਾ। ਪਰ ਫਿਰ ਵੀ ਕੈਨੇਡਾ ਦੇ ਵਿੱਚ ਕਿਉਂਕਿ ਬਾਹਰੋਂ ਆਇਆ ਹੋਇਆ ਲਾਣਾ ਇਸ ਤਰ੍ਹਾਂ ਦੀਆਂ ਪੋਸਟਾਂ 'ਤੇ ਇੱਥੋਂ ਤੱਕ, ਔਰ ਉਹਨਾਂ ਦਾ ਪਿਆਰ ਮੁਹੱਬਤ, ਗੱਲ ਇਹ ਨਹੀਂ ਹੈ ਕਿ ਉਹ ਬਾਹਰੋਂ ਕਿਉਂ ਆਇਆ ਜਾਂ ਪੋਸਟਾਂ 'ਤੇ ਕਿਉਂ ਗਿਆ। ਜਿਸ ਬੰਦੇ ਦੀ ਕੋਈ ਹੈ ਉਹਦੇ ਅੰਦਰ ਉਹ ਤਾਂ ਹੀ ਗਿਆ। ਪਰ ਅਸੀਂ ਕੈਨੇਡੀਅਨ ਹੋ ਕੇ ਵੀ ਸਾਨੂੰ ਪਿਆਰ ਮੁਹੱਬਤ, ਪਿਛਲਾ ਵੀ ਟੀਕੇ ਉੱਥੋਂ ਲੈਣੇ ਆ, ਇੱਥੇ ਨਹੀਂ ਜਾਣਾ, ਉੱਥੇ ਨਹੀਂ ਆਉਣਾ। ਜੀ ਜਤਿੰਦਰ ਪੰਨੂ ਕਹਿ ਰਿਹਾ ਕਿ ਅਮਰੀਕਾ 'ਚ ਜ਼ਿਆਦਾ ਕਰੋਨਾ ਅਤੇ ਅਸੀਂ ਅਮਰੀਕਾ ਦਾ ਬਾਰਡਰ ਬੰਦ ਕਰਾ ਦਿਓ ਅਤੇ ਹਿੰਦੁਸਤਾਨ ਦੇ ਜਹਾਜ਼ ਆਉਂਦੇ ਰਹਿਣ। ਦੈਟਸ ਟੋਟਲੀ ਰੌਂਗ। ਸੋ ਉਹਦੇ ਵਿੱਚੋਂ ਹੁਣ ਰਿਪੋਰਟਾਂ ਜਿਹੜੀਆਂ ਆਈਆਂ ਉਸ ਵਿੱਚੋਂ ਨਿਕਲ ਰਿਹਾ ਕਿ ਭਾਈ ਇਹ ਜ਼ਿਆਦਾ ਗੰਦ ਹੈ ਜਿਹੜਾ ਕਰੋਨਾ ਇਹ ਹਿੰਦੁਸਤਾਨ 'ਚੋਂ ਕੈਨੇਡਾ ਦੇ ਵਿੱਚ ਆ ਰਿਹਾ। ਅਤੇ ਹੁਣ ਇਹ ਪਾਬੰਦੀ ਲਾਉਣ ਬਾਰੇ ਸੋਚ ਰਹੇ ਆ। ਹੁਣ ਕਹਿੰਦੇ ਜੀ ਜਦ ਚਿੜੀਆਂ ਚੁੱਗ ਗਈ ਖੇਤ ਅਤੇ ਫਿਰ ਕੀ ਕਰਨਾ। ਹੁਣ ਇੱਥੇ 4-4 ਹਜ਼ਾਰ ਆ ਰਿਹਾ ਰੋਜ਼ ਦਾ। ਸੋ ਇੱਕ ਪਾਸੇ ਅਮਰੀਕਾ ਦੀਆਂ ਗੱਲਾਂ ਹੁੰਦੀਆਂ ਨੇ ਜਿੱਥੇ 450 ਮਿਲੀਅਨ ਲੋਕ ਹੈ, ਅਤੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਇਹ 40 ਮਿਲੀਅਨ ਲੋਕ ਹੈ, ਅਤੇ ਇਹ ਦੇਖੋ ਗੱਲ ਕਿੱਧਰ ਨੂੰ ਜਾਂਦੀ ਪਈ ਹੈ। ਸੋ ਇਹ ਪਾਲਿਸੀਆਂ ਜਿਹੜੀਆਂ ਦੇਖਣੀਆਂ ਪੈਣੀਆਂ, ਔਰ ਕਈ ਕੰਟਰੀਆਂ ਨੇ ਜਿਹੜੀ ਹਿੰਦੁਸਤਾਨ ਦੇ ਉੱਪਰ ਆਲਰੇਡੀ ਪਾਬੰਦੀਆਂ ਲਾ ਦਿੱਤੀਆਂ। ਆਪਾਂ ਨਿਊਜ਼ੀਲੈਂਡ ਦੀ ਵੀ ਗੱਲ ਕੀਤੀ ਸੀ। ਨਿਊਜ਼ੀਲੈਂਡ ਨੇ ਕਿਹਾ ਵੀ ਚਾਹੇ ਸਾਡਾ ਪਾਸਪੋਰਟ ਹੀ ਕਿਉਂ ਨਾ ਹੋਵੇ ਅਤੇ ਹੁਣ ਇੱਥੇ ਬੈਠ ਕੇ ਹਲਦੀਰਾਮ ਦਾ ਭੁਜੀਆ ਹੀ ਖਾਓ। ਸੋ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈ ਗੰਦ ਪਾਉਣ ਦੀ। ਸੋ ਅਗਲੀ ਨਿਊਜ਼ ਜਿਹੜੀ ਹੈ ਚੱਪਲ ਮਹਿਕਮਾ, ਹਾਂਜੀ, 1 ਸਾਲ ਤੋਂ ਨਹੀਂ ਮਿਲ ਰਹੇ ਕੈਨੇਡੀਅਨ ਵੀਜ਼ੇ, ਅੱਕ ਕੇ ਪੰਜਾਬੀ ਵਿਦਿਆਰਥੀ, ਸੋ ਮੈਂ ਤਾਂ ਕਹੂੰਗਾ ਹਿੰਦੁਸਤਾਨੀ ਵਿਦਿਆਰਥੀ ਨੇ ਕੀਤਾ ਵੱਡਾ ਐਕਸ਼ਨ। ਸੋ ਐਕਸ਼ਨ ਕੀ ਕੀਤਾ ਭਾਈ ਜੀ, ਆਪਾਂ ਨੂੰ ਨਿਊਜ਼ ਪੜ੍ਹਨੀ ਪੈਣੀ ਹੈ। ਸੋ ਚੰਡੀਗੜ੍ਹ, ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਦਾਖਲੇ ਕੈਨੇਡੀਅਨ ਯੂਨੀਵਰਸਿਟੀ 'ਚ ਪਿਛਲੇ ਵਰ੍ਹੇ 2020 ਦੇ ਆਰੰਭ 'ਚ ਹੀ ਹੋ ਗਏ ਸਨ, ਪਰ ਉਹਨਾਂ ਨੂੰ ਹਾਲੇ ਤੱਕ ਕੈਨੇਡਾ ਸਰਕਾਰ ਨੇ ਵੀਜ਼ੇ ਜਾਰੀ ਨਹੀਂ ਕੀਤੇ। ਹੁਣ ਅਜਿਹੇ ਪੰਜਾਬੀ ਵਿਦਿਆਰਥੀਆਂ ਨੇ ਚੰਡੀਗੜ੍ਹ ਜਿਹੜਾ ਕੈਨੇਡੀਅਨ ਐਮਬੈਸੀ ਹੈ ਕਹਿ ਲਓ ਜਾਂ ਹੈਗਾ ਆਫਿਸ ਹੈ ਕੌਂਸਲ, ਸੋ ਉੱਥੇ ਜਾ ਕੇ ਜੀ ਉਹਨਾਂ ਨੇ ਪ੍ਰੋਟੈਸਟ ਕੀਤਾ। ਸੋ ਫਿਰ ਅਸੀਂ ਕਹਿੰਦੇ ਸਾਡੇ ਕੋਲ 8 ਬੈਂਡ ਹੈ, ਸਾਡੇ ਕੋਲ 9 ਬੈਂਡ ਹੈ। ਉਹ ਬੈਂਡ ਯਾਰ ਕਿੱਦਾਂ ਆਏ ਜੀ, ਸਾਡਾ ਦਿਮਾਗ ਹੀ ਕੰਮ ਨਹੀਂ ਕਰਦਾ। ਸੋ ਤੁਹਾਡੇ ਸਾਹਮਣੇ ਕੈਨੇਡਾ ਪਾਬੰਦੀਆਂ ਲਾ ਰਿਹਾ ਹੈ। ਨਿਊਜ਼ੀਲੈਂਡ ਦੀ ਗੱਲ ਆਪਾਂ ਕੀਤੀ ਹੈ, ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਲੋਕ ਆ ਜਿਨ੍ਹਾਂ ਕੋਲ ਨਿਊਜ਼ੀਲੈਂਡ ਦੀ ਪਾਸਪੋਰਟ ਨੇ, ਉਹਨਾਂ ਨੇ ਉਹਨਾਂ ਦੇ ਵੜਨ 'ਤੇ ਪਾਬੰਦੀਆਂ ਲਾ ਦਿੱਤੀਆਂ। ਔਰ ਕੋਵਿਡ ਦਾ ਕਿਹਨੂੰ ਨਹੀਂ ਪਤਾ, ਇਹ ਕਿਹੜੇ ਬੈਂਡ ਆ ਜਿਹੜੇ ਹਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਕਿ ਦੁਨੀਆ ਭਰ ਦੇ ਵਿੱਚ ਚਾਹੇ ਓਲੰਪਿਕ ਗੇਮਾਂ ਹੋਣ, ਵੱਡਾ ਸਾਰਾ ਕੁਝ ਕੈਂਸਲ ਹੋ ਗਿਆ ਹੈ, ਕਿਵੇਂ ਪਾਬੰਦੀਆਂ ਲੱਗ ਰਹੀਆਂ। ਅਤੇ ਤੁਹਾਨੂੰ ਹੁਣ ਵੀਜ਼ਾ ਦੇ ਕੇ ਤਾਂ ਮਤਲਬ ਕੈਨੇਡਾ ਤਾਂ ਉੱਥੋਂ ਮਾਫੀ ਮੰਗ ਲਏ ਵੀ ਅਸੀਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਤੁਹਾਨੂੰ ਵੀਜ਼ਾ ਦੇ ਬੈਠੇ। ਸੋ ਕਿੱਦਾਂ ਦਾ ਇਹ ਹੱਕ ਹੈ ਜਿਹੜਾ ਕਿ ਮੈਂ ਤਾਂ ਕਹਿੰਦਾ UN 'ਚ ਹੀ ਉੱਠ ਜਾਓ, ਉੱਥੇ ਪਾਓ ਪਟੀਸ਼ਨ ਕੋਈ ਨਾ ਕੋਈ ਜਾ ਕੇ। ਗੱਲ ਇਸ ਦੇ ਕਿ ਅਸੀਂ ਉਸ ਦੇਸ਼ ਦੇ ਖਿਲਾਫ ਖੜ੍ਹੇ ਹੋਈਏ ਜਿੱਥੇ ਸਾਨੂੰ ਨਾ ਪੜ੍ਹਨ ਨੂੰ ਆ ਨਾ ਕਰਨ ਨੂੰ ਆ, ਔਰ ਅਸੀਂ ਕਿਸ ਤਰ੍ਹਾਂ ਇਹਨਾਂ ਦੇ ਬਹਾਨੇ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹਾਂ। ਹਰ ਬੰਦੇ ਦਾ ਰਾਈਟ ਹੈ, ਹੱਕ ਹੈ, ਸੋ ਬਣਨਾ ਚਾਹੀਦਾ। ਪਰ ਬਜਾਏ ਅਸੀਂ ਉਹਨਾਂ ਦੇ ਖਿਲਾਫ ਖੜ੍ਹੇ ਹੋਈਏ
ਜਿਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ ਸਾਡੇ ਪੰਜਾਬ ਦਾ, ਸਾਡੀ ਕੌਮ ਦਾ, ਸਾਡੇ ਫਿਊਚਰ ਦਾ। ਸੋ ਨਾ ਅਸੀਂ ਕਿਤੇ ਉੱਥੇ ਐਮਬੈਸੀ ਘੇਰਨ ਵਾਲੇ ਆ, ਨਾ ਜਿਹੜੀ ਜਨਤਾ ਇੱਥੇ ਆਈ ਕਿਤੇ ਇਹਨਾਂ ਨੇ ਐਮਬੈਸੀ ਘੇਰੀ ਹੈ ਤੇ ਅਸੀਂ ਕੈਨੇਡਾ ਦੀ ਐਮਬੈਸੀ ਘੇਰ ਲਓ। ਸੋ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਹੈ ਇਹ ਸਾਡੇ ਤੋਂ ਕਰਵਾ ਰਿਹਾ ਹਿੰਦੁਸਤਾਨ, ਕਰਾ ਰਿਹਾ, ਸਟੇਟ ਕਰਵਾ ਰਹੀ ਹੈ, ਉੱਥੋਂ ਦੀਆਂ ਜਿਹੜੀਆਂ ਪਾਲਿਸੀਆਂ ਉਹ ਕਰਵਾ ਰਹੀਆਂ। ਸਾਡਿਆਂ ਭਰਾਵਾਂ ਨੂੰ, ਵੀਰਾਂ ਨੂੰ, ਇਹ ਜਿਹੜੇ ਭਰਾ ਸਾਡੇ ਸਟੂਡੈਂਟ ਜਿਹੜੇ ਇੱਥੇ ਆਉਣਾ ਚਾਹੁੰਦੇ ਆ, ਇਹਨਾਂ ਨੂੰ ਥੋੜ੍ਹੀ ਬਹੁਤੀ ਅਕਲ ਕਰਨੀ ਚਾਹੀਦੀ ਹੈ ਤਾਂ ਕਿ ਕੈਨੇਡਾ ਨੂੰ ਇਹ ਪਤਾ ਲੱਗੇ ਵੀ ਚਾਹੇ ਇਹਨਾਂ ਕੋਲ 4 ਬੈਂਡ ਆ ਭਾਈ, ਅਕਲ ਬਹੁਤ ਆ, ਇਹਨਾਂ ਦੇ ਆਪਣੇ ਹੀ ਹੋਣਗੇ। ਸੋ ਜੇ ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਾਂਗੇ ਸੋ ਅਗਲੇ ਨੇ ਕਹਿਣਾ ਬੈਂਡ ਚਾਹੇ 12 ਲਈ ਫਿਰਦੇ ਆ, ਇਹਨਾਂ ਦੇ ਕੋਲ ਅਕਲ ਹੈ ਨਹੀਂ, ਇੱਦਾਂ ਹੀ ਖਰੀਦੇ ਆ। ਸੋ ਕੋਈ ਮਤਲਬ ਨਹੀਂ ਹੈ ਕੈਨੇਡੀਅਨ ਐਮਬੈਸੀ ਦੇ ਅੱਗੇ ਜਾ ਕੇ ਇਸ ਤਰ੍ਹਾਂ ਦਾ ਕੁਛ ਕਰਨ ਦਾ। ਸੋ ਪੜ੍ਹਾਈ ਦੀ ਗੱਲ ਚੱਲੀ ਹੈ, ਯੂਨੀਵਰਸਿਟੀ ਦੀ ਗੱਲ ਕੀ ਚੱਲੀ ਹੈ। ਸੋ ਆਪਣੇ ਕੋਲ ਇਹ ਮੌਂਟਰੀਆਲ ਦੇ ਅੰਦਰ ਕੋਨਕਾਰਡੀਆ ਯੂਨੀਵਰਸਿਟੀ ਦੀਆਂ ਫੋਟੋ ਪਹੁੰਚੀਆਂ। ਸੋ ਇਸ ਯੂਨੀਵਰਸਿਟੀ ਦੇ ਅੰਦਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਪ੍ਰੈਲ ਦਾ ਮਹੀਨਾ ਜਿਹੜਾ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾ ਰਿਹਾ। ਸੋ ਉੱਥੇ ਜਿਹੜੇ ਸਿੱਖ ਬੱਚੇ ਹੈ ਸੋ ਉਹਨਾਂ ਨੇ ਕੋਈ ਐਮਬੈਸੀ ਦੇ ਮੂਹਰੇ, ਕੈਨੇਡਾ ਦੀ ਮੂਹਰੇ ਜਾਂ ਦੂਜੇ ਮੂਹਰੇ ਜਾ ਕੇ ਪ੍ਰੋਟੈਸਟ ਨਹੀਂ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਸਾਡੂ ਫਰੀਡਮ ਹੈ, ਸਾਡੀ ਕੌਮ ਨੂੰ, ਸਾਡੇ ਲੋਕਾਂ ਨੂੰ, ਸਾਡੇ ਧਰਮ ਨੂੰ, ਹਰ ਕਾਸੇ ਨੂੰ। ਸੋ ਉਹਨਾਂ ਨੇ ਆਪਣਾ ਹੈਰੀਟੇਜ ਮੰਥ ਜਿਹੜਾ ਕੌਮ ਦਾ ਉਹ ਮਨਾਇਆ ਯੂਨੀਵਰਸਿਟੀ ਦੇ ਅੰਦਰ। ਪਰ ਜਿਨ੍ਹਾਂ ਲੋਕਾਂ ਨੂੰ ਨਾ ਪਤਾ ਹੈ ਵੀ ਧਰਮ ਕੀ ਹੈ, ਫਰੀਡਮ ਕੀ ਹੈ, ਅਸੀਂ ਕੀ ਹੈ, ਤੁਸੀਂ ਕੌਣ ਹੈ, ਦੁਸ਼ਮਣ ਕੌਣ ਹੈ, ਤੇ ਇਹੀ ਲੋਕ ਫਿਰ ਆ ਕੇ ਪਾਸਪੋਰਟ ਵੀ ਲੈ ਕੇ ਇਹ ਵਤਨ, ਇਹ ਜੀ ਇਹ ਹੈਗਾ ਉਹ ਦੇਸ਼ ਹੈ ਤੇ ਇਹ ਪ੍ਰਦੇਸ਼ ਹੈ, ਅਸੀਂ NRI ਹਾਂ, ਅਸੀਂ CRI ਹਾਂ। ਸੋ ਇਹਨਾਂ ਗੱਲਾਂ ਦੇ ਵਿੱਚੋਂ ਅਸੀਂ ਮੇਰਾ ਖਿਆਲ ਹੈ ਬਾਹਰ ਨਿਕਲੀਏ, ਅਕਲ ਵਾਲੀਆਂ ਜਿਹੜੀਆਂ ਗੱਲਾਂ ਕਰੀਏ ਤੇ ਅਕਲ ਵਾਲੀਆਂ ਗੱਲਾਂ ਸਿੱਖੀਏ। ਸੋ ਯੂਨੀਵਰਸਿਟੀ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਯੂਨੀਵਰਸਿਟੀ ਦੀ ਨਿਊਜ਼ ਹੈ ਸਾਡੇ ਕੋਲ, ਇਹ BC ਦੇ ਅੰਦਰ ਨਿਊਜ਼ ਹੈ। BC ਦੇ ਅੰਦਰ ਤੁਸੀਂ ਪੜ੍ਹ ਸਕਦੇ ਆ, ਪੰਜਾਬ ਦੇ ਸਾਬਕਾ DGP KP ਗਿੱਲ ਕਰਕੇ ਰੱਦ ਕਰਨਾ ਪਿਆ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦਾ ਸਮਾਰੋਹ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦਿਮਾਗ 'ਚ ਪਾਉਣ ਦੀ ਲੋੜ ਹੈ ਕਿ ਇਹ ਐਡਾ ਵੱਡਾ ਨਹੀਂ ਹੁੰਦਾ ਕਿ ਪਤਾ ਨਹੀਂ ਯੂਨੀਵਰਸਿਟੀ ਵੱਲੋਂ ਕੋਈ ਪਤਾ ਨਹੀਂ ਕੀ ਕੁਛ ਕੀਤਾ ਗਿਆ ਜਾਂ ਕੀ ਹੈ। ਯੂਨੀਵਰਸਿਟੀ ਦੇ ਅੰਦਰ ਛੋਟੇ ਛੋਟੇ ਫੰਕਸ਼ਨ ਵਗੈਰਾ ਚੱਲਦੇ ਰਹਿੰਦੇ ਨੇ। ਸੋ ਇੱਕ ਫੰਕਸ਼ਨ ਸੀ ਛੋਟਾ ਜਿਹਾ ਕੋਈ ਹੋਊਗਾ, ਸੋ ਉਸ ਦੇ ਅੰਦਰ ਇਹ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ DGP ਗਿੱਲ ਦਾ ਜਿਹੜਾ ਇਹ ਕਿਉਂ ਕੀਤਾ ਗਿਆ, ਕਿਉਂਕਿ ਕਾਤਲ ਆ ਜਿਹੜਾ ਬੁੱਚੜ ਹੈ KP ਗਿੱਲ, ਜਿਸ ਦੇ ਉੱਪਰ ਬੁੱਚੜ ਦੇ ਨਾਂ ਦੇ ਉੱਪਰ ਇੱਕ ਕਿਤਾਬ ਵੀ ਛਪੀ ਆ, ਬਹੁਤ ਵੱਡੀ ਗਿਣਤੀ ਵਿੱਚ ਸਾਡੀ ਕੌਮ ਨੇ ਉਸ ਕਿਤਾਬ ਨੂੰ ਪੜ੍ਹਿਆ ਤੇ ਉਹਦਾ ਇੱਕ ਭਤੀਜਾ ਹੈ, ਸ਼ਾਇਦ ਕਹਿ ਰਹੇ ਆ ਕਿ ਉਹ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਰਹਿੰਦਾ ਤੇ ਉਹਨੇ ਉੱਥੇ ਬਣ ਕੇ ਜਾਣਾ ਸੀ ਜੀ, ਮੈਂ ਬੋਲਣਾ। ਸੋ ਉਹ ਉੱਥੇ ਬਣ ਕੇ ਜਾ ਰਿਹਾ ਸੀ। ਸੋ ਇਹ ਆਵੇਂ ਨਹੀਂ ਗੱਲਾਂ ਹੋ ਜਾਂਦੀਆਂ। ਹੂ ਇਜ਼ KP ਗਿੱਲ, ਕੌਣ ਪੁੱਛਦਾ ਇੱਥੇ ਕਿੰਨੇ ਆਏ ਕਿੰਨੇ ਗਏ, ਕਿਉਂਕਿ ਜਦੋਂ ਸਟੇਟ ਮਗਰ ਖੜੀ ਹੁੰਦੀ ਆ ਜਿਹੜੇ ਤੁਹਾਡੇ ਕਾਤਲ ਨੇ। ਸੋ ਅਸੀਂ ਤੁਰੇ ਫਿਰਦੇ ਜੀ ਬਾ ਫਲਾਨਾ ਪੰਥਕ ਰਤਨ ਜੀ ਬਾਦਲ ਨੇ ਇਹ ਕਰਤਾ। ਇਹ ਹਿੰਦੁਸਤਾਨ ਦਾ ਐਮਬੈਸੀ ਨੈਟਵਰਕ ਜਿਹੜਾ ਹਰ ਕੰਟਰੀ ਵਿੱਚ ਬੈਠਾ ਹੈ ਉਹ ਤੁਹਾਡੇ ਕਾਤਲਾਂ ਨੂੰ ਹੀਰੋ ਬਣਾਉਣਾ ਚਾਹੁੰਦਾ। ਸੋ ਇਸੇ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਕਿਤੇ ਉਹ DGP ਵਿਰਕ ਦਾ ਜਿਹੜਾ ਬੱਚਾ ਚੂਚਾ ਉਹ ਹੀਰੋ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਕੈਨੇਡਾ ਅਮਰੀਕਾ ਦੇ ਰੇਡੀਓ TV ਤੇ ਆ ਕੇ ਉਹ ਬੋਲ ਰਿਹਾ ਹੁੰਦਾ ਜੀ ਮੈਂ ਸੈਣੀ ਨੂੰ ਅੰਦਰ ਕਰਾ ਦੂੰ, ਸੈਣੀ ਨੂੰ ਬਾਹਰ ਕੱਢ ਲੂੰ। ਸੋ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਇਹ ਐਵੇਂ ਨਹੀਂ ਹੋ ਜਾਂਦੀਆਂ, ਇਹ ਜਿੱਥੇ ਵੀ ਹੁੰਦੀਆਂ, ਚਾਹੇ ਇਹ ਯੂਨੀਵਰਸਿਟੀ ਦੇ ਅੰਦਰ ਹੋਣ ਦਾ ਕਾਰਨ ਸੀ, ਚਾਹੇ ਕਿਸੇ ਰੇਡੀਓ ਦੇ ਉੱਪਰ ਕੋਈ ਆ ਕੇ ਕਾਤਲ ਦਾ ਬੱਚਾ ਜਾਂ ਕਾਤਲ ਦਾ ਕੋਈ ਰਿਸ਼ਤੇਦਾਰ ਬੋਲਦਾ। ਸੋ ਉਸ ਦੇ ਪਿੱਛੇ ਇੰਡੀਅਨ ਸਟੇਟ ਦਾ ਜਿਹੜਾ ਬਹੁਤ ਵੱਡਾ ਹੱਥ ਹੁੰਦਾ, ਐਮਬੈਸੀ ਨੈਟਵਰਕ ਦਾ ਹੱਥ ਹੁੰਦਾ। ਪਰ ਸਾਨੂੰ ਸੋਚਣਾ ਪੈਣਾ ਹੈ ਜੇ ਅਸੀਂ ਹਜੇ ਵੀ ਆ 3 ਕਾਨੂੰਨ ਤੇ ਫਲਾਨਾ ਤੇ ਹਰੀ ਚੁੰਨੀ ਲੈ ਲਓ, ਹਰਾ ਸ਼ਾਲ ਲੈ ਲਓ, ਹਰੀ ਨੀਕਰ ਪਾ ਲਓ, ਅਸੀਂ ਇੱਥੋਂ ਤੱਕ ਹੀ ਰਹੇ ਤੇ ਜੁੱਤੀਆਂ ਬਹੁਤ ਪੈਣਗੀਆਂ। ਔਰ ਤੁਹਾਡੇ ਕਾਤਲ ਆ, ਜਦੋਂ ਅਸੀਂ ਗੱਲ ਕਰਦੇ ਹਾਂ ਸਾਡਾ ਇੰਨਾ ਬੰਦਾ ਚੱਕ ਕੇ ਮਾਰਤਾ, ਫਲਾਨਾ ਕਾਤਲ ਕਿੱਥੇ, ਫਲਾਨਾ ਆਹ ਲੱਭੋ ਜੀ, ਇਹਨੇ ਕਿਹਨੇ ਮੁਖਬਰੀ ਕੀਤੀ ਉਹ ਲੱਭੋ। ਇਹ ਮੁਖਬਰੀਆਂ ਕਰਨ ਵਾਲੇ ਤੇ ਕਾਤਲ ਲੱਭਣ ਦੀ ਲੋੜ ਨਹੀਂ ਹੈ, ਇਹ ਤੁਹਾਡੇ ਸਾਹਮਣੇ ਸਟੇਜਾਂ ਦੇ ਉੱਪਰ ਚੀਫ ਗੈਸਟ ਬਣ ਕੇ ਬੈਠਿਆ ਕਰਨਗੇ। ਜੇ ਸਾਡੀਆਂ ਅਕਲਾਂ ਇਸੇ ਤਰ੍ਹਾਂ ਹੀ ਰਹੀਆਂ ਕਿ ਅਸੀਂ ਘੜਮ ਚੌਧਰੀ ਬਣ ਕੇ ਮਾੜੀ ਮੋਟੀ ਗੱਲ ਸਾਡੀ 'ਚ ਫਰਕ ਹੈ ਤੇ ਅਸੀਂ ਆਪਣਿਆਂ ਦੀ ਲੱਤਾਂ ਖਿੱਚਣੀਆਂ ਹੈ, ਅਸੀਂ ਸਿੱਖਣਾ ਕੁਛ ਨਹੀਂ ਹੈ, ਅਸੀਂ ਦੇਖਣਾ ਕੁਛ ਨਹੀਂ ਹੈ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਹੀ ਸਾਰਾ ਕੁਝ ਪਤਾ ਹੈ, ਤੇ ਬਾਈ ਜੀ ਪ੍ਰਮਾਤਮਾ ਮਾਫ ਨਹੀਂ ਕਰੂਗਾ। ਸੋ ਕੌਣ ਵੱਡਾ ਹੈ, ਕੌਣ ਛੋਟਾ ਹੈ, ਕੌਣ ਚੰਗੀ ਗੱਲ ਕਰਦਾ ਹੈ, ਕੌਣ ਮਾੜੀ ਗੱਲ ਕਰਦਾ, ਇਹ ਲੋਕ ਦੇਖਦੇ ਨੇ, ਲੋਕਾਂ ਨੂੰ ਪਤਾ ਹੁੰਦਾ। ਪਰ USMI ਵੱਲੋਂ ਅਸੀਂ ਹਰ ਗੱਲ ਜਿਹੜੀ ਸਾਡੀ ਕੌਮ ਦੇ ਨਾਲ ਸੰਬੰਧਿਤ ਹੈ ਉਸ ਦੇ ਉੱਪਰ ਗੱਲਬਾਤ ਕਰਨਾ ਚਾਹੁੰਦੇ। ਦਾ ਮਤਲਬ ਇਹ ਨਹੀਂ ਹੈ ਕਿ ਗੱਲ ਯੂਨੀਵਰਸਿਟੀ BC ਦੇ ਵਿੱਚ ਹੋ ਰਹੀ ਹੈ ਜਾਂ ਇਕੱਲੇ KP ਦੇ ਭਤੀਜੇ ਦੀ ਹੋ ਰਹੀ ਹੈ, ਇਹ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਜਿੱਥੇ ਵੀ ਸਾਡੀ ਕੌਮ ਵਸਦੀ ਹੈ ਕਿ ਸਾਨੂੰ ਅਕਲ ਕਰਨੀ ਪੈਣੀ ਹੈ,
ਇਹ ਸਾਡੇ ਕਾਤਲਾਂ ਦੇ ਨਾਲ, ਚਾਹੇ ਜਿਹੜੇ ਕਾਤਲ ਸਾਡੇ 80 82 83 84 90 ਦੇ ਵੀ ਹੈ, ਅੱਜ ਵੀ ਇੰਡੀਅਨ ਸਟੇਟ ਉਹ ਡਜ਼ਨ ਮੈਟਰ ਕਿ ਬਾਦਲ ਕਿੱਥੇ ਹੈ, ਕੈਪਟਨ ਕਿੱਥੇ ਹੈ, ਦੂਜਾ ਕਿੱਥੇ ਹੈ, ਕਿਹਦੀ ਸਰਕਾਰ ਆ ਗਈ, ਕਿਹਦੀ ਉੱਠ ਗਈ, ਇਹ ਨਹੀਂ ਹੈ। ਪਰ ਹਿੰਦੁਸਤਾਨ ਦੀ ਜਿਹੜੀ ਸਟੇਟ ਹੈ, ਜਿਹੜਾ ਕਿ ਉਹਦਾ ਚਲਾਉਣ ਵਾਲਾ ਜਿਹੜਾ ਬਿਊਰੋਕ੍ਰੇਸੀ ਹੈ, ਉਹ ਤੁਹਾਡੇ ਕਾਤਲਾਂ ਦੇ ਨਾਲ ਖੜਾ ਹੈ। ਤੁਹਾਡਾ ਕਾਤਲ ਚਾਹੇ ਉਹ ਕੈਨੇਡਾ ਦੇ ਅੰਦਰ BC ਦੀ ਯੂਨੀਵਰਸਿਟੀ ਦੇ ਅੰਦਰ ਉਸ ਦਾ ਭਤੀਜਾ ਕਿਤੇ ਫਿੱਟ ਕਰਨਾ ਹੋਵੇ, ਤੁਹਾਡਾ ਹੀਰੋ ਬਣਾਉਣਾ ਹੋਵੇ, ਚਾਹੇ ਕਿਸੇ ਕਾਤਲ ਦਾ ਮੁੰਡਾ ਤੁਹਾਡੇ ਕੈਨੇਡਾ ਦੇ ਰੇਡੂਏ 'ਤੇ ਆ ਕੇ ਬੁਲਾਉਣਾ ਹੋਵੇ, ਸੋ ਉਹਨਾਂ ਨੂੰ ਉਹ ਹਰ ਜਿਹੜਾ ਕਿ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪਣਾ ਜਿਹੜਾ ਉਹ ਤੁਹਾਡੇ ਹੀਰੋ ਬਣਾਉਣ। ਸੋ ਇਸ ਤੋਂ ਅਗਲੀ ਨਿਊਜ਼ ਤੇ ਜਾਂਦੇ ਹਾਂ। ਨਿਊਜ਼ ਬਹੁਤ ਆ ਬਾਈ ਜੀ, ਕਿਉਂਕਿ ਕੱਲ ਮੇਰੀ ਛੁੱਟੀ ਸੀ ਤੇ ਛੁੱਟੀ ਤੇ ਬਹੁਤ ਇਕੱਠੀ ਉਹ ਆ ਫੜ ਲਿਆ ਛੁਣਛਣਾ। ਬਾਦਲਾਂ ਦੇ ਖਰੀਦੇ ਹਾਈ ਕੋਰਟ ਦੇ ਜੱਜਾਂ ਨੂੰ ਇਹ ਵੀ ਦੱਸਿਓ ਤੁਹਾਡੇ ਤੋਂ ਉੱਪਰ ਵੀ ਅਦਾਲਤ ਹੈ, ਕਰਤੇ ਦੀ ਉੱਥੇ ਨਾ ਸੁਣਵਾਈ ਹੋਣੀ ਹੈ ਨਾ ਜ਼ਮਾਨਤ ਮਿਲਣੀ ਹੈ। ਇਹ ਵੀਰਾਂ ਮੇਰਾ ਭਰਾਵਾਂ ਨੇ ਬਹੁਤਿਆਂ ਨੇ ਲਿਖੀ ਹੈ। ਸੋ ਮੈਂ ਨਹੀਂ ਕਹਿੰਦਾ ਕਿ ਉਹ ਕੀ ਹੈ ਜਾਂ ਕੀ ਨਹੀਂ ਹੈ, ਉਹ ਕੌਮ ਦਾ ਦਰਦ ਰੱਖਣ ਵਾਲੇ ਵੀ ਹੋ ਸਕਦੇ ਆ, ਪਰ ਹੁਣ ਇੱਥੇ ਆ ਜਿਹੜੀ ਗੱਲ ਹੈ ਤੇ ਭਾਈ ਜੇ ਉੱਪਰਲੀ ਅਦਾਲਤ 'ਚ ਹੋਣੀ ਹੈ, ਪਰਮਾਤਮਾ ਦੀ ਅਦਾਲਤ 'ਚ ਹੋਣੀ ਹੈ, ਤੇ ਫਿਰ ਹਿੰਦੁਸਤਾਨ ਦੀਆਂ ਅਦਾਲਤਾਂ ਨੂੰ ਤੁਸੀਂ ਕਿਉਂ ਪੈਸੇ ਦੇ ਰਹੇ ਹੋ? ਤੁਹਾਡੇ ਟੈਕਸ ਦੇ ਵਿੱਚੋਂ ਉਹਨਾਂ ਦੇ ਪੈਸੇ ਚੱਲਦੇ ਨੇ, ਤਨਖਾਹਾਂ ਚੱਲਦੀਆਂ, ਫਿਰ ਕਿਉਂ ਫਿਰ ਅਸੀਂ ਹਿੰਦੁਸਤਾਨ ਦੀਆਂ ਅਦਾਲਤਾਂ ਨੂੰ ਨਹੀਂ ਮੰਨਦੇ? ਕਿਉਂ ਬਣਾਏ ਆ ਕੋਠੇ? ਉਹ ਲਿਖੋ ਨਾ 4 ਲੈਣਾ, ਤੁਸੀਂ ਬਾਦਲਾਂ ਦੇ ਖਿਲਾਫ ਲਿਖ ਦਿੱਤਾ, ਲਿਖੋ ਹਿੰਦੁਸਤਾਨ ਦੀਆਂ ਅਦਾਲਤਾਂ ਦੇ ਖਿਲਾਫ। ਸੋ ਹੁਣ ਆ ਜਿਹੜੀਆਂ ਨੇ ਲੈਣਾ ਲਿਖੀਆਂ ਇਹ ਚੱਕ ਕੇ ਅੰਦਰ ਕਰ ਸਕਦਾ ਹਿੰਦੁਸਤਾਨ ਦਾ ਕਾਨੂੰਨ। ਸੋ ਆ ਦੇਖੋ, ਬਾਦਲਾਂ ਦੇ ਖਰੀਦੇ ਹੋਏ ਹਾਈ ਕੋਰਟ ਦੇ ਜੱਜਾਂ ਨੂੰ ਇਹ ਵੀ ਦੱਸਿਓ ਤੁਹਾਡੇ ਤੋਂ ਉੱਪਰ ਵੀ ਅਦਾਲਤ ਹੈ। ਸੋ ਕੀ ਪ੍ਰੂਫ ਹੈ ਕਿ ਕਿਹੜਾ ਜੱਜ ਕਿਹਨੇ ਖਰੀਦਿਆ? ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜਾ ਦਿਮਾਗ ਜਿਹੜੇ ਪੈਦਾ ਹੋਏ ਨੇ, ਸਭ ਤੋਂ ਵੱਡੇ ਡੇਂਜਰ ਸਾਡੀ ਕੌਮ ਵਾਸਤੇ ਇਹ ਨੇ। ਸੋ ਇੱਦਾਂ ਦੇ ਜਿਹੜੇ ਸਿੱਖ ਹੈ, ਇਹਨਾਂ ਦੀਆਂ ਸ਼ਕਲਾਂ ਕੀ ਨੇ, ਇਹਨਾਂ ਦੀਆਂ ਅਕਲਾਂ ਕੀ ਨੇ, ਇਹ ਜਿੱਥੋਂ ਤੱਕ ਜਿਹਦਾ ਨਾਂ ਲੈ ਕੇ ਬੋਲਣਾ ਉੱਥੋਂ ਤੱਕ ਬੋਲ ਦਿੰਦੇ ਨੇ, ਤੇ ਜਦੋਂ ਮੂਹਰੇ ਛਿੱਤਰ ਵਾਲਾ ਆਉਂਦਾ ਫਿਰ ਕੋਡੇ ਵੀ ਹੋ ਜਾਂਦੇ ਨੇ। ਸੋ ਉਸ ਤਰ੍ਹਾਂ ਦੀ ਸ਼ਕਲ ਤੁਹਾਨੂੰ ਮੈਂ ਦਿਖਾ ਦਿੰਦਾ। ਸੋ ਆਹ ਤੁਹਾਡੇ ਸਾਹਮਣੇ ਆਹ ਦੇਖੋ, ਆਹ ਹੁਣ 2 ਭਾਈ ਉਸ ਕੌਮ 'ਚੋਂ ਖੜੇ ਆ ਜਿਨ੍ਹਾਂ ਦੇ ਮੂੰਹ ਵਿੱਚ 1200 ਸਾਲ ਥੁੱਕਿਆ ਗਿਆ, ਜਿਨ੍ਹਾਂ ਦੇ ਮੰਦਰ ਦੇ ਦਰਵਾਜ਼ੇ ਅਗਲੇ ਲਾਹ ਕੇ ਲੈ ਗਏ ਨੇ, ਜਿਨ੍ਹਾਂ ਨੇ ਭੂਆ ਖੁਦ ਪੇਸ਼ ਕੀਤੀ ਹੈ, ਜਿਨ੍ਹਾਂ ਦੀਆਂ ਮਾਵਾਂ ਭੈਣਾਂ ਕੁੜੀਆਂ ਗਜਨੀ ਦੇ ਬਾਜ਼ਾਰ ਵਿੱਚ ਟਕੇ ਨੂੰ ਵਿਕਦੀਆਂ ਰਹੀਆਂ। ਅੱਜ ਉਹਨਾਂ ਕੋਲੇ ਪੋਲੀਟੀਕਲ ਪਾਵਰ ਹੈ ਤੇ ਆਹ ਪੱਗ ਬੰਨੀ ਹੈ ਜੀ, ਸਿੱਖ ਹੈ ਜੀ, ਸਿੰਘ ਹੈ ਜੀ, ਅਸੀਂ ਫਲਾਨੇ ਹੈ ਜੀ, ਅਸੀਂ ਤਾਂ ਐਂ ਕਰ ਦਿਆਂਗੇ, ਅਸੀਂ ਤਾਂ ਮੋਦੀ ਦੀ ਹਿੱਕ ਤੇ ਟਰੈਕਟਰ ਚਾੜ ਦਾਂਗੇ। ਇਹਦੀ ਹੁਣ ਸ਼ਕਲ ਹੀ ਸਾਰਾ ਕੁਝ ਦੱਸਦੀ ਹੈ। ਮੇਰਾ ਖਿਆਲ ਮੈਨੂੰ ਬੋਲਣ ਦੀ ਕੋਈ ਬਹੁਤੀ ਲੋੜ ਨਹੀਂ ਹੈ। ਸੋ ਇਸ ਟਾਈਪ ਦਾ ਲਾਣਾ ਜਿਹੜਾ ਇੱਕ ਸਾਡੇ ਕੌਮ ਦੇ ਅੰਦਰ, ਉਹ ਬਾਦਲ ਕਰਕੇ ਤਾਂ ਆਪਣੇ ਆਪ ਨੂੰ ਬਹੁਤ ਵੱਡਾ ਘੈਂਟ ਕਹਿ ਲਓ ਤੇ ਜਾਂ ਪਤਾ ਨਹੀਂ ਵੀ ਕੌਮ ਦਾ ਬਹੁਤ ਫਿਕਰ ਹੈ, ਉਹ ਪੇਸ਼ ਕਰ ਦਿੰਦੇ ਨੇ। ਪਰ ਜਦੋਂ ਅਸਲ ਗੱਲ ਆਉਂਦੀ ਹੈ ਉਦੋਂ ਫਿਰ ਕੋਡੇ ਹੋ ਜਾਂਦੇ। ਸੋ ਉਸ ਟਾਈਪ ਦੇ ਨੇ ਬਹੁਤਿਆਂ ਨੇ ਇਹ ਕੇਜਰੀਵਾਲ ਜਿਹੜਾ ਲਾਲਾ ਹੈ, ਇਸ ਨੂੰ ਪੰਜਾਬ ਦੇ ਵਿੱਚ ਲਿਆ ਕੇ ਖੜਾ ਕੀਤਾ ਸਾਡੀਆਂ ਬਰੂਹਾਂ ਤੇ ਇਹੀ ਕਾਰਨ ਹੈ ਕਿ ਉਹ ਕੇਜਰੀਵਾਲ ਲਾਲਾ ਸਾਡੀ ਕੌਮ ਨੂੰ ਕਿਸ ਢੰਗ ਦੇ ਨਾਲ ਜਲੀਲ ਕਰ ਰਿਹਾ। ਸੋ ਆਹ ਪੋਸਟਰ ਦੇ ਵਿੱਚੋਂ ਤੁਹਾਨੂੰ ਸਮਝ ਆ ਜਾਊਗੀ। ਸੋ ਆਹ ਸਿੱਖ ਇਹ ਥੋੜ੍ਹੇ ਜਿਹੇ ਵੱਡੇ ਸਿੱਖ ਹੈ, ਇਹ ਵੀ ਇਸੇ ਵਿਚਾਰਧਾਰਾ ਵਾਲੇ ਹੀ ਆ। 5 ਗਰਾਈ ਤੇ 6 ਗਰਾਈ ਤੇ 7 ਗਰਾਈ ਬਾਦਲ ਕਰ ਛੱਡਣਾ ਤੇ ਲਾਲਾ ਜੀ ਇਹਨਾਂ ਨੂੰ ਚੰਗਾ ਲੱਗਦਾ ਸੀ। ਇਹ ਤਿੰਨੇ ਲਾਲੇ ਨੇ ਠੋਕ ਦਿੱਤੇ ਨੇ, ਤਿੰਨੇ ਜਿਹੜੇ ਆ ਉਹ ਯੂਜ਼ ਕਰਕੇ ਉਹਨਾਂ ਨੂੰ ਸਿੱਟ ਦਿੱਤਾ ਉਹਨਾਂ ਨੂੰ ਇੱਕ ਡਸਟਬਿਨ ਦੇ ਵਿੱਚ। ਤੇ ਆਹ ਚਾਰਾਂ ਨੂੰ ਜਿਹੜੇ ਥੱਲੇ ਆ ਦੇਖ ਲੈਣੇ ਸ਼ਕਲਾਂ, ਇਹਨਾਂ ਨੂੰ ਟਿਕਟਾਂ ਦਿੱਤੀਆਂ। ਹੁਣ ਲਿਖੀ ਜਾਓ ਵੀ ਸਿੱਖਾਂ ਨੂੰ ਐਂ ਕੱਢਤਾ ਫਲਾਣੇ ਨੂੰ, ਅਗਲਾ ਕਿਉਂ ਪੁੱਛਦਾ? ਉਹਦੇ ਪੈਰ ਲਵਾ ਦਿੱਤੇ ਨੇ ਤੁਸੀਂ ਪੰਜਾਬ ਦੇ ਵਿੱਚ। ਹੁਣ ਆ ਜਿਹੜਾ ਪਹਿਲਾ ਬੰਦਾ ਆਹ ਜਿਹਨੂੰ ਇਹਨੇ ਟਿਕਟ ਦਿੱਤੀ ਆ ਕੇਜਰੀਵਾਲ ਨੇ, ਇਹ ਉਹ ਹੈ ਜਿਹਨੇ ਸਿੱਖਾਂ ਨੂੰ ਧਮਕੀ ਦਿੱਤੀ ਸੀ ਕਿ ਜੁੱਤੀਆਂ 'ਚ ਪਾਣੀ ਪਿਆਵਾਂਗੇ। ਤੇ ਆਹ ਜਿਹੜਾ ਦੂਸਰਾ ਬੰਦਾ ਆਹ ਵਾਲਾ ਜਿਹਨੂੰ ਕੇਜਰੀਵਾਲ ਟਿਕਟ ਦੇ ਰਹੇ, ਇਹ 1984 ਦੇ ਵਿੱਚ ਇਹ ਬੰਦੇ ਦੇ ਉੱਪਰ ਸਿੱਖਾਂ ਦੇ ਕਤਲ ਦੇ ਇਲਜ਼ਾਮ ਲੱਗਦੇ ਰਹੇ ਨੇ। ਆਹ ਰਾਮ ਸਿੰਘ ਜੀ ਨੇਤਾ ਜੀ, ਠੀਕ ਹੈ। ਤੇ ਆਹ ਜਿਹੜੀ ਤੀਸਰੀ ਜਿਹੜੀ ਕੇਜਰੀਵਾਲ ਦੀ ਆਹ ਇਹ ਕਹਿੰਦੀ ਜੀ ਇੰਦਰਾ ਮੇਰੀ ਮੰਮੀ ਲੱਗਦੀ ਆ, ਪਤਾ ਨਹੀਂ ਮੰਮੀ ਲੱਗਦੀ ਕਿ ਚਾਚੀ ਲੱਗਦੀ, ਕੁਛ ਕਿਹਾ ਹੈ ਨਹੀਂ ਇਸ ਟਾਈਪ ਦਾ। ਸੋ ਆਹ ਹੁਣ ਚੌਥਾ ਜਿਹੜਾ ਸਾਨੂੰ ਲੱਗਦਾ ਵੀ ਇਹ ਤਾਂ ਭਾਈ ਗੁਰਸਿੱਖ ਹੈ, ਚਲੋ ਘੱਟੋ ਘੱਟ ਇੱਕ ਨੂੰ ਦੇ ਦਿੱਤੀ ਹੈ।